ਜੋ ਦਰੂ ਬਹਾਰੇ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤ ਗੁਰ ਥਿਰ ਕੀਆ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਇਕਹੁ ਨੈਣ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਤੂੰ ਚਾਉ ਸੱਜਣ ਮੈਂਡਿਆ, ਦੇ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ। ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਵਿੱਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਵਿੱਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਨਰ ਜਰੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਭਗਤ ਪਾਵਨ ਭਗਤ ਵਸ਼ਲ, ਅੰਤਰਜਾਮੀ ਗਰੀਬ ਨਵਾਜ, ਸਭ ਸ੍ਰਿਸ਼ਟੀ ਦੇ ਸਾਂਝੇ ਸਤਿਗੁਰੂ
ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਸਭ ਸੰਸਾਰ ਦੇ ਕਲਿਆਣ ਹਿਤ ਸਾਂਝਾ ਉਪਦੇਸ਼ ਬਖਸ਼ਣ ਵਾਲੇ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਕਿਉ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ, ਘਟ ਘਟ ਨਾਨਕ ਮਾਝਾ। ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ 5 ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਇਆ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਹੀ ਆਪਣੇ ਅੰਮ੍ਰਿਤਮਈ ਕਲਿਆਣਕਾਰੀ ਦਰਸ਼ਨ ਬਖਸ਼ਿਸ਼ ਕੀਤੇ ਹਨ। ਗੁਰੂ ਕਾ ਦਰਸ਼ਨ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਸਤਿਗੁਰਾਂ ਦੇ ਅਸਥਾਨ ਤੇ ਜੋ ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਸ੍ਰੀ ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਲੜੀਵਾਰ ਰੂਪ ਦੇ ਵਿੱਚ ਹੀ ਪਿਛਲੇ ਦਿਨਾਂ ਤੋਂ ਸਾਧ ਸੰਗਤ ਜੀ ਆਰੰਭ ਹੋਈ ਹੈ। ਔਰ ਅੱਜ ਮਹਾਰਾਜ ਸਾਹਿਬ ਜੀ ਜੋ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸ੍ਰੀ ਆਨੰਦ ਸਾਹਿਬ ਦੀ ਸਮਾਪਤੀ ਕਰਦਿਆਂ ਹੋਇਆਂ ਅਖੀਰਲੀ ਪੌੜੀ 40ਵੀਂ ਪੌੜੀ ਦਾ ਅਸੀਂ ਪਾਠ ਸਰਵਣ ਕੀਤਾ ਹੈ। ਔਰ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਜੋ ਰਾਮਕਲੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਇੱਕ ਇੱਕ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ। ਔਰ 40 ਪੌੜੀਆਂ ਦੇ ਅੰਦਰ ਸਤਿਗੁਰੂ ਜੀ ਨੇ ਮਹਾਨ ਹੀ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਇੱਕ ਇੱਕ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਵੱਖ-ਵੱਖ ਪ੍ਰਕਰਨਾਂ ਦੁਆਰਾ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਮਹਾਨ ਹੀ ਮਹਾਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਤਾਂ ਅੱਜ ਸਤਿਗੁਰੂ ਜੀ 40ਵੀਂ ਪੌੜੀ ਇਸ ਪਵਿੱਤਰ ਬਾਣੀ ਦੀ ਅਖੀਰਲੀ ਪੌੜੀ ਦੇ ਵਿੱਚ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ, ਜਿਨ੍ਹਾਂ ਸਤਿਗੁਰਾਂ ਦੇ ਗੁਣ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸਤਿਗੁਰਾਂ ਦੀ ਉਪਮਾ ਸਤਿਗੁਰਾਂ ਨੂੰ ਹੀ ਬਣ ਆਉਂਦੀ ਹੈ। ਸਤਿਗੁਰਾਂ ਦੇ ਗੁਣ ਖੂਬੀਆਂ ਵਡਿਆਈਆਂ ਕੋਈ ਗਿਣ ਨਹੀਂ ਸਕਦਾ। ਜਿਵੇਂ ਮੀਂਹ ਪੈਂਦਾ ਹੈ ਤੇ ਉਹਦੀਆਂ ਕਣੀਆਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਬਨਸਪਤੀ ਨਹੀਂ ਗਿਣੀ ਜਾ ਸਕਦੀ, ਜਿਵੇਂ ਰੋਮ ਨਹੀਂ ਗਿਣੇ ਜਾ ਸਕਦੇ, ਜਿਵੇਂ ਐਸ ਰੁੱਤ ਵਿੱਚ ਖਿੜੇ ਹੋਏ ਫੁੱਲ ਧਰਤੀ ਦੇ ਉੱਤੇ ਬਸੰਤ ਰੁੱਤ ਦੇ ਖਿੜੇ ਹੋਏ ਫੁੱਲ ਕਿੰਨੇ ਕੁ ਹਨ ਕੋਈ ਗਿਣ ਨਹੀਂ ਸਕਦਾ। ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨਹੀਂ ਗਿਣੀਆਂ ਜਾ ਸਕਦੀਆਂ। ਇਸੇ ਤਰ੍ਹਾਂ ਸਮੁੰਦਰ ਦੀ ਡੂੰਘਾਈ ਨਹੀਂ ਕੋਈ ਮਾਪ ਸਕਦਾ। ਗੰਗਾ ਜਦੋਂ ਉੱਚੇ ਉੱਚੇ ਪਹਾੜਾਂ ਤੋਂ ਹੇਠਾਂ ਡਿੱਗਦੀ ਹੈ, ਸਮੁੰਦਰ ਵੱਲ ਨੂੰ ਜਾਂਦੀ ਹੈ, ਤਾਂ ਉਸ ਦੇ ਤੇਜ਼ ਵਹਿੰਦੇ ਹੋਏ ਪ੍ਰਵਾਹ ਦੇ ਵਿੱਚ ਜੋ ਲਹਿਰਾਂ ਬਣਦੀਆਂ ਹਨ,
ਉਹਨਾਂ ਲਹਿਰਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਛੱਲਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਪਰ ਇੰਨਾ ਕੁਝ ਕੋਈ ਗਿਣ ਲਵੇ ਤੇ ਭਾਵੇਂ ਗਿਣ ਹੀ ਲਵੇ, ਕੋਈ ਸਾਇੰਸਦਾਨ, ਕੋਈ ਵਿਗਿਆਨੀ, ਕੋਈ ਗਿਆਨੀ। ਪਰ ਭੱਟ ਸਾਹਿਬਾਨ ਨੇ ਆਖਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ। ਆਪ ਜੀ ਦੀ ਉਪਮਾ ਆਪ ਜੀ ਨੂੰ ਵੀ ਬਾਣ ਆਉਂਦੀ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੇ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ 1597 ਬਿਕਰਮੀ ਸੰਮਤ ਨੂੰ ਬਿਰਧ ਅਵਸਥਾ ਦੇ ਵਿੱਚ ਸ੍ਰੀ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਪ ਜੀ ਆਉਂਦੇ ਹਨ, ਬੀਬੀ ਅਮਰੋ ਜੀ ਦਾ ਸੰਗ ਕਰਕੇ। ਬੀਬੀ ਅਮਰੋ ਜੀ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰੀ ਸਨ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਭਰਾ ਦੇ ਪੁੱਤਰ ਨਾਲ ਵਿਆਹੇ ਹੋਏ ਸਨ, ਭਤੀਜੇ ਦੇ ਨਾਲ। ਉਹਨਾਂ ਦੀ ਸੰਗਤ ਕਰਕੇ 1597 ਬਿਕਰਮੀ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਮਹਾਰਾਜ ਦੀ ਸਿੱਖੀ ਪ੍ਰਾਪਤ ਕਰਦੇ ਹਨ। ਗੁਰੂ ਘਰ ਦੇ ਸੇਵਾਦਾਰ ਬਣਨ ਦਾ ਆਪ ਜੀ ਨੂੰ ਮਹਾਨ ਮਾਣ ਸਨਮਾਨ ਪ੍ਰਾਪਤ ਹੁੰਦਾ। ਫਿਰ ਜਿੱਥੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਜੀ ਨੂੰ ਆਪਣੀ ਸਿੱਖੀ ਦੀ ਦਾਤ ਬਖਸ਼ਿਸ਼ ਕਰਦੇ ਹਨ ਤੇ ਗੁਰੂ ਘਰ ਦੀ ਸੇਵਾ ਬਖਸ਼ਦੇ, ਉੱਥੇ ਮਹਾਰਾਜ ਗਾਗਰ ਦੇ ਕਰਕੇ ਕਿ ਪੁਰਖਾ ਬਿਆਸ ਦਰਿਆ ਵਿੱਚੋਂ ਜਲ ਲਿਆਇਆ ਕਰੋ ਤੇ ਹਰ ਰੋਜ਼ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਸਾਡਾ ਇਸ਼ਨਾਨ ਕਰਾਇਆ ਕਰੋ। ਹਰ ਰੋਜ਼ ਮਹਾਰਾਜ ਨੇ ਬਿਆਸ ਦਰਿਆ ਵਿੱਚੋਂ ਜਲ ਲੈ ਕੇ ਆਉਣਾ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ। ਜਿੱਥੇ ਗੋਇੰਦਵਾਲ ਸਾਹਿਬ ਨਗਰ ਵਸਿਆ, ਭਾਵੇਂ ਬਾਅਦ ਵਿੱਚ ਮਹਾਰਾਜ ਸਾਹਿਬ ਜੀ ਨੇ 1606 ਈਸਵੀ ਨੂੰ ਨਗਰ ਵਸਾਇਆ ਹੈ, ਇੱਥੋਂ ਹੀ ਮਹਾਰਾਜ ਸਾਹਿਬ ਜੀ ਬਿਆਸ ਦਰਿਆ ਦੇ ਵਿੱਚੋਂ ਘਾਟ ਤੋਂ ਜਲ ਦੀ ਗਾਗਰ ਭਰ ਕੇ ਲੈ ਕੇ ਜਾਇਆ ਕਰਦੇ ਸਨ। ਸਾਰੀ ਰਾਤ ਹੀ ਆਉਂਦਿਆਂ ਜਾਂਦਿਆਂ ਲੰਘ ਜਾਂਦੀ ਸੀ। ਤਾਂ 12 ਸਾਲ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ। 1597 ਤੋਂ ਲੈ ਕੇ 1609 ਬਿਕਰਮੀ ਸੰਮਤ ਤੱਕ। 1609 ਨੂੰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ। ਇਤਿਹਾਸ ਦਾ ਲੰਮਾ ਹੈ, ਸੰਖੇਪ ਨਾਲ ਹੀ ਬੇਨਤੀ ਸਾਂਝੀ ਕਰਨੀ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਪੁਰਖਾ 12 ਵਾਰੇ ਤੁਸੀਂ ਸਾਡਾ ਇਸ਼ਨਾਨ ਕਰਾਇਆ ਹੈ ਤੇ ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਗੁਰੂ ਅੰਗਦ ਦੇਵ ਸਾਹਿਬ ਜੀ ਸਰੀਰ ਕਾਰਬਲਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਤੋਂ 25 ਸਾਲ ਛੋਟੇ ਸਨ। ਸਾਧ ਸੰਗਤ, 25 ਸਾਲ ਸਰੀਰਕ ਉਮਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵੱਡੇ ਸਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਆਦਿਕ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਸੇਵਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਆਪਣੇ ਹੱਥੀਂ ਇਸ਼ਨਾਨ ਕਰਵਾਇਆ। ਨਵੇਂ ਵਸਤਰ ਪਹਿਨਾਏ, ਸੀਸ ਉੱਤੇ 12 ਦਸਤਾਰਾਂ ਆਪ ਜੀ ਦੇ ਸੋਭ ਰਹੀਆਂ ਸਨ। 12 ਸਿਰੋਪਾ 12 ਸਾਲਾਂ ਦੇ ਵਿੱਚ ਮਹਾਰਾਜ ਨੇ 12 ਸਿਰੋਪੇ ਬਖਸ਼ਿਸ਼ ਦੇ ਆਪ ਜੀ ਨੂੰ ਬਖਸ਼ਿਸ਼ ਕੀਤੇ ਸਨ। 1 ਸਾਲ ਦੀ ਸੇਵਾ ਤੋਂ ਬਾਅਦ 1 ਸਿਰੋਪਾ ਮਹਾਰਾਜ ਦਿਆ ਕਰਦੇ ਸੀ ਗੁਰੂ ਅੰਗਦ ਦੇਵ ਸਾਹਿਬ ਜੀ। 12 ਸਾਲਾਂ ਦੇ ਵਿੱਚ 12 ਸਿਰੋਪਾਓ ਮਹਾਰਾਜ ਸਾਹਿਬ ਜੀ ਨੇ ਦਿੱਤੇ, ਕਿਉਂਕਿ ਸਿਰੋਪਾਓ ਦੀ ਬਹੁਤ ਵੱਡੀ ਮਹਾਨਤਾ ਹੈ। ਸਾਧ ਸੰਗਤ ਜੀ, ਸਿਰ ਤੋਂ ਪੈਰਾਂ ਤੱਕ ਜੋ ਪੱਤ ਕੱਜਣ ਵਾਲਾ ਗੁਰੂ ਕੀ ਬਖਸ਼ਿਸ਼ ਹੈ, ਗੁਰੂ का सिरोपाव है। सिरोपाव सिर तो पैरां तक लोक परलोक विच पड़दा ਕੱਜਣ वाला है सिख दा ते सेवादार नूं मिलदा है सिरोपा, ਜਿਹੜਾ गुरु की सेवा करदा। नहीं ਤਾਂ ਉਂਝ ਤਾਂ ਸੰਸਾਰ ਵਿੱਚ ਇਸ ਤਰ੍ਹਾਂ ਵੀ ਚੱਲਦਾ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਤਾਂ ਆਪਣੇ ਸੇਵਕ ਨੂੰ 12 ਸਾਲਾਂ ਵਿੱਚ 12 ਸਿਰੋਪਾਉ ਦਿੱਤੇ ਨਾ, ਤੇ ਸੰਸਾਰ ਦੀ ਇਸ ਤਰ੍ਹਾਂ ਦੀ ਵੀ ਰੀਤ ਹੈ, ਕਈ ਵਾਰੀ ਇੱਕੇ ਦਿਨ ਵਿੱਚ ਹੀ 12 ਦੇ ਦਿੰਦੇ ਆ ਜਾਂ ਕੋਈ 12 ਲੈ ਲੈਂਦਾ।
ਇੱਕੇ ਦਿਨ ਵਿੱਚ ਵੀ 12 ਮਿਲ ਜਾਂਦੇ ਆ। ਪਰ ਮਹਾਰਾਜ ਸਾਹਿਬ ਜੀ ਨੇ ਤਾਂ 12 ਸਾਲਾਂ ਦੇ ਵਿੱਚ 12 ਸਿਰੋਂ ਪਾਉ ਦਿੱਤੇ। ਔਰ ਆਪ ਜੀ ਨੇ ਇਸ਼ਨਾਨ ਕਰਾਉਣ ਤੋਂ ਬਾਅਦ ਨਵੇਂ ਵਸਤਰ ਪਹਿਨਾਏ, 5 ਪੈਸੇ ਨਾਲੀਏ ਲਿਆ, ਪਰਿਕਰਮਾ ਕੀਤੀਆਂ, ਨਮਸਕਾਰ ਕੀਤੀ ਤੇ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਫਿਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਆਪਣੇ ਮੁਖਾਰ ਬਿੰਦ ਤੋਂ, ਜੋ ਲੋਕਾਂ ਨੇ ਤਾਨੇ ਮਿਹਣੇ ਦਿੱਤੇ ਸੀ, ਕਿਸੇ ਨੇ ਨਿਮਾਣਾ ਆਖਿਆ ਸੀ, ਕਿਸੇ ਨੇ ਨਿਤਾਣਾ, ਤੇ ਮਹਾਰਾਜ ਸਾਹਿਬ ਨੇ ਫਿਰ ਬਖਸ਼ਿਸ਼ਾਂ ਕੀਤੀਆਂ। ਕਹਿਣ ਲੱਗੇ, ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਂ, ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਣ, ਗੁਰੂ ਅਮਰਦਾਸ ਸਾਹਿਬ ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ। ਪੁਰਖਾ ਜੀ ਤੁਸੀਂ ਧੰਨ ਹੋ, ਐਸੇ ਵਰਦਾਨ ਦਿੱਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ। ਫਿਰ ਆਪ ਜੀ ਨੂੰ ਆਖਿਆ, ਤੁਸੀਂ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਓ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਫਿਰ ਸ੍ਰੀ ਗੋਇੰਦਵਾਲ ਸਾਹਿਬ ਨਗਰੀ ਨੂੰ ਭਾਗ ਲਾਏ। 1609 ਨੂੰ ਆਪ ਜੀ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। 1631 ਤੱਕ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ। 1609 ਬਿਕਰਮੀ ਸੰਮਤ ਤੋਂ ਲੈ ਕੇ 1631 ਬਿਕਰਮੀ ਸੰਮਤ ਤੱਕ ਤੇ ਗੋਇੰਦਵਾਲ ਸਾਹਿਬ ਨਗਰੀ ਵਿੱਚ ਆਪ ਜੀ ਨੇ ਭਾਗ ਲਾਉਂਦਿਆਂ ਹੋਇਆਂ, ਜਿੱਥੇ ਬੌਲੀ ਸਾਹਿਬ ਦੀ ਰਚਨਾ ਕਰਵਾਈ, ਜਿੱਥੇ ਆਪਣੇ ਮੁਖਾਰ ਬਿੰਦ ਤੋਂ ਬੇਅੰਤ ਬਾਣੀ ਉਚਾਰਨ ਕੀਤੀ, ਜਿੱਥੇ ਆਪ ਜੀ ਨੇ 22 ਮੰਜੀਆਂ ਥਾਪੀਆਂ, 22 ਸਿੱਖਾਂ ਨੂੰ ਪ੍ਰਚਾਰਕ ਥਾਪਿਆ, ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਆਗਿਆ ਕੀਤੀ। 72 ਪੀੜੇ ਮਾਈਆਂ ਨੂੰ ਬਖਸ਼ਿਸ਼ ਕੀਤੇ ਸਿੱਖੀ ਦੇ ਪ੍ਰਚਾਰ ਵਾਸਤੇ। ਤੋ ਐਸੀਆਂ ਬੇਅੰਤੇ ਬਖਸ਼ਿਸ਼ਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਰਤਾਈਆਂ। ਐਸੇ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਜੀ, ਗੁਰੇ ਅਮਰਦਾਸ ਪਰਸੀਐ ਬਹੁਮ ਪਾਤਕ ਬਿਨਾਸੈ, ਗੁਰੇ ਅਮਰਦਾਸ ਪਰਸੀਐ ਸਿੱਧ ਸਾਧ ਕੇ ਆਸਾਸੈ। ਸਤਿਗੁਰੂ ਜੀ ਆਨੰਦ ਸਾਹਿਬ ਜੀ ਦੀ ਅਖੀਰਲੀ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਸਾਹਿਬ ਜੀ ਆਨੰਦ ਸੁਣੋ ਵੱਡ ਭਾਗੀ ਹੋ। ਮਹਾਰਾਜ ਕਹਿੰਦੇ, ਵੱਡਿਆਂ ਭਾਗਾਂ ਵਾਲਿਓ ਆਨੰਦ ਸੁਣੋ। ਆਨੰਦ ਤੋਂ ਭਾਵ ਹੈ ਸਾਧ ਸੰਗਤ ਜੀ ਅਨਹਦ ਨਾਦ, ਉਹ ਸ਼ਬਦ, ਉਹ ਨਾਦ ਜੋ ਇੱਕ ਰਸ ਅੰਦਰ ਵੱਜ ਰਿਹਾ ਹੈ। ਅਨਹਦ ਨਾਦ ਨੂੰ ਸੁਣਨਾ ਕਰੋ, ਅਨਹਦ ਬਾਣੀ ਨੂੰ ਸੁਣਨਾ ਕਰੋ। ਅਨਹਦ ਬਾਣੀ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਜਿੱਥੇ ਬਾਹਰਲਾ ਜ਼ਿਕਰ ਕੀਤਾ, ਉੱਥੇ ਅੰਦਰਲਾ ਵੀ ਨਾਲ ਨਾਲ ਜ਼ਿਕਰ ਕੀਤਾ। ਇਹ ਵੀ ਅੰਮ੍ਰਿਤ ਬਾਣੀ ਅੰਦਰ ਮਹਾਰਾਜ ਨੇ ਫਰਮਾਇਆ ਵੀ ਜੋ ਕੁਝ ਬਾਹਰ ਹੈ ਉਹ ਸਾਰਾ ਕੁਝ ਹੀ ਤੇਰੇ ਅੰਦਰ ਹੈ। ਜੋ ਕੁਝ ਬਾਹਰ ਹੈ ਨਾ, ਉਹ ਸਾਰਾ ਕੁਝ ਅੰਦਰ ਹੈ। ਜਿਵੇਂ ਬਚਨ ਆਉਂਦਾ ਹੈ ਭਗਤ ਪੀਪਾ ਜੀ ਦਾ, ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਕੁਝ ਸਾਰੇ ਬ੍ਰਹਮੰਡ ਦੇ ਵਿੱਚ ਨਾ ਰੱਖਿਆ ਕਰਤਾ ਪੁਰਖ ਨੇ, ਉਹਨਾਂ ਕੁਝ ਹੀ ਤੇਰੇ ਇਸ ਸਰੀਰ ਵਿੱਚ ਰੱਖਿਆ ਹੋਇਆ। ਫਿਰ ਜੀ ਪ੍ਰਾਪਤ ਕਿਵੇਂ ਹੋਵੇ? ਕਹਿੰਦੇ ਖੋਜਣਾ ਪਵੇਗਾ ਤੈਨੂੰ। ਬਾਹਰੋਂ ਪਦਾਰਥ ਜਿਹੜਾ ਉਹ ਵੀ ਤਾਂ ਹੀ ਮਿਲਿਆ ਕਿਸੇ ਨੇ ਖੋਜ ਕੀਤੀ ਹੈ। ਪਦਾਰਥ ਵੀ ਖੋਜ ਤੋਂ ਬਿਨਾਂ ਨਹੀਂ ਮਿਲਦਾ, ਪਦਾਰਥ ਨੂੰ ਵੀ ਖੋਜਣਾ ਪੈਂਦਾ। ਜੇ ਸੰਸਾਰ ਦੇ ਵਿੱਚ ਲੋਹਾ ਹੈ, ਸੋਨਾ ਹੈ, ਚਾਂਦੀ ਹੈ, ਕੋਲਾ ਹੈ, ਪੱਥਰ ਹੈ, ਜੋ ਕੁਝ ਵੀ ਹੈ, ਜੇ ਅੱਜ ਕੱਲ ਸੰਸਾਰ ਦੇ ਸਾਹਮਣੇ ਹੈ ਤੇ ਕਦੀ ਇਹ ਨਹੀਂ ਵੀ ਸੀ, ਕਿਸੇ ਨੇ ਖੋਜ ਕੀਤੀ ਹੈ। ਉਹਨਾਂ ਲੋਕਾਂ ਦੇ ਨਾਂ ਲਿਖੇ ਹੋਏ ਆ ਵੀ ਸਭ ਤੋਂ ਪਹਿਲੇ ਇਸ ਬੰਦੇ ਨੇ ਇਸ ਚੀਜ਼ ਦੀ ਖੋਜ ਕੀਤੀ ਸੀ। ਪਦਾਰਥ ਵੀ ਖੋਜਿਆ ਮਿਲਦਾ ਹੈ, ਪਰ ਬਾਹਰੋਂ ਮਿਲਦਾ ਹੈ। ਪਰਮਾਤਮਾ ਵੀ ਖੋਜਿਆ ਹੀ ਮਿਲਦਾ ਹੈ, ਪਰ ਅੰਦਰੋਂ ਮਿਲਦਾ ਹੈ। ਸਤਿਗੁਰੂ ਕਹਿੰਦੇ ਜਿੰਨਾ ਕੁਝ ਬਾਹਰ ਬ੍ਰਹਮੰਡ ਵਿੱਚ ਹੈ ਨਾ, ਇੰਨਾ ਕੁਝ ਹੀ ਤੇਰੇ ਸਰੀਰ ਦੇ ਵਿੱਚ ਰੱਖਿਆ ਕਰਤਾਰ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਸੋਈ ਆਖਿਆ ਉਹੀ ਪਿੰਡ ਵਿੱਚ ਹੈ।
ਜੋ ਖੋਜੈ ਸੋ ਪਾਵੈ। ਜੋ ਖੋਜਦਾ ਹੈ ਉਹ ਪਾ ਲੈਂਦਾ। ਪਰ ਖੋਜਣਾ ਕਿਵੇਂ ਹੈ? ਆਪਣੇ ਆਪ ਨਹੀਂ, ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ, ਸਤਿਗੁਰੂ ਜੀ ਦੇ ਸ਼ਬਦ ਦੇ ਨਾਲ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਸਤਿਗੁਰੂ ਜੀ ਲਿਖਾਉਂਦੇ ਆ, ਸਤਿਗੁਰੂ ਜੀ ਜਣਾਉਂਦੇ। ਇਸ ਕਰਕੇ ਜੋ ਕਹਿ ਦਿੱਤਾ ਬਾਹਰ ਹੈ ਉਹ ਸਾਰਾ ਕੁਝ ਹੀ ਅੰਦਰ ਹੈ, ਸਾਰਾ ਕੁਝ। ਤਾਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਇਸ ਸਰੀਰ ਨੂੰ ਹਰਮੰਦਰ ਵੀ ਆਖਿਆ। ਸਾਧ ਸੰਗਤ ਜੀ, ਇੱਕ ਬਾਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਗੁਰਬਾਣੀ ਅੰਦਰ ਲੋਕ ਦਾ ਵੀ ਜ਼ਿਕਰ ਹੈ ਤੇ ਪ੍ਰਲੋਕ ਦਾ ਵੀ ਜ਼ਿਕਰ ਹੈ। ਤੇ ਸੱਚਖੰਡ ਦਾ ਜਿਹੜਾ ਨਕਸ਼ਾ ਹੈ ਉਹ ਧਰਤੀ ਦੇ ਉੱਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਹਰਮੰਦਰ ਸਾਹਿਬ ਬਣਾਇਆ ਹੈ। ਹਰਮੰਦਰ ਸਾਹਿਬ ਸੱਚਖੰਡ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਰਚਨਾ ਕੀਤੀ ਹੈ। ਇੱਕ ਬਾਹਰੀ ਤੌਰ ਤੇ ਹਰਮੰਦਰ ਸਾਹਿਬ ਹੈ ਜਿੱਥੇ ਗੁਰੂ ਕੇ ਸਿੱਖ ਨੇ ਜਾ ਕੇ ਨਮਸਕਾਰ ਕਰਨੀ ਹੈ। ਤੇ ਜਿਸ ਵੇਲੇ ਹਰਮੰਦਰ ਸਾਹਿਬ ਦੇ ਅੰਦਰ, ਗੁਰੂ ਕੇ ਦਰਬਾਰ ਸਾਹਿਬ ਦੇ ਅੰਦਰ, ਕਿਸੇ ਵੀ ਗੁਰੂ ਕੇ ਅਸਥਾਨ ਤੇ ਜਦੋਂ ਜਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਬੈਠਦੇ ਹਾਂ, ਗੁਰਦੁਆਰਾ ਸ੍ਰੀ ਬੇਰ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਗੁਰੂ ਕੇ ਚਰਨਾਂ 'ਚ ਬੈਠਦੇ ਹਾਂ। ਇੱਕ ਇਹ ਗੁਰੂ ਦਾ ਹਰਮੰਦਰ ਹੈ, ਦਰਬਾਰ ਹੈ। ਜਦੋਂ ਇੱਥੇ ਬੈਠ ਕੇ ਗੁਰੂ ਕੀ ਬਾਣੀ ਸਰਵਣ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਹਰਮੰਦਰ ਇਹੋ ਸਰੀਰ ਹੈ। ਵੀ ਇਹ ਤੇਰਾ ਸਰੀਰ ਵੀ ਭਾਈ ਹਰਮੰਦਰ ਸਾਹਿਬ ਹੀ ਹੈ, ਇਹ ਹਰਮੰਦਰ ਹੈ। ਹਰਮੰਦਰ ਦਾ ਭਾਵ ਕੀ ਹੈ? ਹਰਮੰਦਰ ਕਿਸ ਨੂੰ ਕਿਹਾ ਜਾਂਦਾ? ਮੰਦਰ ਨਾਮ ਹੈ ਮਕਾਨ ਦਾ, ਮੰਦਰ ਨਾਮ ਹੈ ਮਹਿਲ ਦਾ, ਹਰ ਨਾਮ ਹੈ ਹਰੀ ਦਾ, ਪਰਮਾਤਮਾ ਦਾ। ਪਰਮਾਤਮਾ ਦੇ ਮੰਦਰ ਨੂੰ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ। ਵਾਹਿਗੁਰੂ ਦੇ ਰਹਿਣ ਦੀ ਥਾਂ ਨੂੰ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ। ਉਹ ਮਕਾਨ ਜਿਸ ਵਿੱਚ ਹਰੀ ਰਹਿੰਦਾ ਹੈ, ਹਰੀ ਦਾ ਮੰਦਰ। ਹਰੀ ਤੋਂ ਭਾਵ ਹਰ ਥਾਂ ਤੇ ਵਸਣ ਵਾਲਾ ਜਿਹੜਾ ਹੈ ਵਾਹਿਗੁਰੂ ਅਕਾਲ ਪੁਰਖ। ਜਿੱਥੇ ਉਹ ਹਰ ਥਾਂ ਤੇ ਵਸਦਾ ਉੱਥੇ ਉਹਦਾ ਵਿਸ਼ੇਸ਼ ਥਾਂ ਵੀ ਹੈ। ਉਹ ਹਰਮੰਦਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਹਿਣ ਵਾਲਾ ਥਾਂ। ਮਹਾਰਾਜ ਕਹਿੰਦੇ ਜਿੱਥੇ ਬਾਹਰੀ ਤੌਰ ਤੇ ਸ੍ਰੀ ਹਰਮੰਦਰ ਸਾਹਿਬ ਹੈ ਨਾ, ਇਸ ਹਰਮੰਦਰ ਸਾਹਿਬ ਵਿੱਚ ਆ ਕੇ, ਇਸ ਦਰਬਾਰ ਵਿੱਚ ਆ ਕੇ ਬਾਣੀ ਜਦੋਂ ਸੁਣਨੀ ਉਦੋਂ ਪਤਾ ਲੱਗਦਾ ਹੈ ਤੇਰਾ ਸਰੀਰ ਵੀ ਇਹਦੇ ਵਿੱਚ ਵੀ ਹਰੀ ਰਹਿੰਦਾ ਹੈ। ਹਰਮੰਦਰ ਇਹੋ ਸਰੀਰ ਹੈ। ਕਿਉਂਕਿ ਮਹਾਰਾਜ ਕਹਿ ਰਹੇ ਆ ਵੀ ਆਨੰਦ ਸੁਣੋ ਵੱਡ ਭਾਗੀ ਹੋ, ਵੱਡਿਆਂ ਭਾਗਾਂ ਵਾਲਿਓ ਆਨੰਦ ਸੁਣੋ, ਅਨਹਦ ਨਾਦ ਨੂੰ ਸੁਣੋ। ਉਹ ਕਿੱਥੇ ਆ? ਮਹਾਰਾਜ ਕਹਿੰਦੇ ਅੰਦਰ ਆ, ਤੇਰੇ ਅੰਦਰ ਹੈ। ਇਸੇ ਤਰ੍ਹਾਂ ਜਿੱਥੇ ਮਹਾਰਾਜ ਨੇ ਆਖਿਆ ਵੀ ਜੋ ਕੁਝ ਬਾਹਰ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਸਰੀਰ ਦੇ ਵਿੱਚ ਹੈ। ਜਿੱਥੇ ਬਾਹਰ ਦਰਬਾਰ ਹੈ ਉੱਥੇ ਤੇਰਾ ਸਰੀਰ ਵੀ ਇੱਕ ਮੰਦਰ ਹੈ, ਇਹਦੇ ਵਿੱਚ ਵੀ ਸੱਚੇ ਦੀ ਜੋਤ ਹੈ, ਵਾਹਿਗੁਰੂ ਦੀ ਜੋਤ ਹੈ। ਇਸੇ ਤਰ੍ਹਾਂ ਜਿਵੇਂ ਬਾਹਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਬਾਹਰ ਵਾਜੇ ਵੱਜਦੇ ਹਨ, ਤਬਲਾ ਵੱਜਦਾ ਹੈ, ਬਾਹਰ ਸਾਜ਼ ਵਜਾਏ ਜਾਂਦੇ ਆ, ਕੀਰਤਨ ਕੀਤਾ ਜਾਂਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੀਰਤਨ ਤੇਰੇ ਅੰਦਰ ਵੀ ਹੋ ਰਿਹਾ ਹੈ। ਇਸ ਤਰ੍ਹਾਂ ਦਾ ਨਾਦ ਤੇਰੇ ਅੰਦਰ ਵੀ ਵੱਜ ਰਿਹਾ ਹੈ। ਵਾਜੇ ਪੰਜ ਸ਼ਬਦ, ਪੰਜ ਸ਼ਬਦ ਵੱਜ ਰਹੇ ਤੇਰੇ ਅੰਦਰ, ਪੰਜ ਤਰ੍ਹਾਂ ਦੀ ਆਵਾਜ਼ ਆ ਰਹੀ ਹੈ। ਜਿੱਥੇ ਸਤ ਸੰਗਤ ਰੂਪੀ ਸੁਭਾਗੇ ਘਰ ਦੇ ਵਿੱਚ, ਭਾਗਾਂ ਵਾਲੇ ਘਰ ਦੇ ਵਿੱਚ ਇੱਥੇ ਪੰਜ ਸ਼ਬਦ ਪੜ੍ਹੇ ਜਾ ਰਹੇ ਹਨ, ਉੱਥੇ ਤੇਰੇ ਹਿਰਦੇ ਘਰ ਦੇ ਵਿੱਚ ਵੀ ਇਹ ਸ਼ਬਦ ਦੇ ਵਾਜੇ ਵੱਜ ਰਹੇ ਆ, ਸ਼ਬਦ ਦੀਆਂ ਗੁੰਜਾਰਾਂ ਪੈ ਰਹੀਆਂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਉਹ ਅਨਹਦ ਵਾਜੇ ਜਿਹੜੇ ਆ ਉਸ ਨੂੰ ਮਹਾਰਾਜ ਕਹਿ ਰਹੇ ਆ ਆਨੰਦ ਸੁਣੋ ਵੱਡ ਭਾਗੀ। ਜਿਹੜੇ ਅਨਹਦ ਵਾਜੇ ਅੰਦਰ ਵੱਜ ਰਹੇ ਉਹਨਾਂ ਨੂੰ ਸੁਣੋ।
ਉਸ ਸ਼ਬਦ ਨੂੰ ਸੁਣਨ ਵਾਸਤੇ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਗੁਰੂ ਕੇ ਦਰਬਾਰ ਦੇ ਵਿੱਚ ਅਸੀਂ ਹਾਜ਼ਰੀ ਭਰਦੇ ਹਾਂ। ਬਾਹਰੋਂ ਪਾਣੀ ਪਾਇਆ ਜਾਂਦਾ ਹੈ ਬੋਰ ਦੇ ਵਿੱਚ, ਬਾਹਰੋਂ ਪਾਣੀ ਪਾਇਆ ਜਾਂਦਾ। ਕਾਹਦੇ ਵਾਸਤੇ ਪਾਇਆ ਜਾਂਦਾ? ਵੀ ਹੇਠਲੇ ਪਾਣੀ ਨਾਲ ਰਲ ਜਾਵੇ, ਫਿਰ ਵਾਰ-ਵਾਰ ਨਹੀਂ ਪਾਣੀ ਪਾਉਣਾ ਪੈਂਦਾ। ਜਦੋਂ ਪਾਣੀ ਚੁੱਕ ਲਵੇ ਨਾ ਬੋਰ, ਫਿਰ ਥੱਲੜਲਾ ਪਾਣੀ ਤਾਂ ਆਉਂਦਾ, ਫਿਰ ਥੱਲਿਓਂ ਹੀ ਆਉਂਦਾ ਹੈ ਪਾਣੀ। ਆ ਨਲਕਾ ਵਾ, ਜੇ ਬੋਕੀ ਚੋਂ ਪਾਣੀ ਥੱਲੇ ਚਲੇ ਜਾਵੇ, ਹੁਣ ਤੇ ਨਲਕੇ ਘੱਟ ਹੀ ਆ, ਫਿਰ ਵੀ ਘਰਾਂ ਵਿੱਚ ਹੈਗੇ ਹੀ ਆ ਸਾਡੇ, ਆਮ ਕਰਕੇ ਘੱਟ ਗਏ ਨਲਕੇ ਸਭ ਥਾਵਾਂ ਤੇ, ਕਿਉਂਕਿ ਹੋਰ ਸਾਇੰਸ ਵੱਧ ਗਈ, ਹੋਰ ਸਾਰਾ ਕੁਝ, ਬੋਰ ਟੂਟੀਆਂ ਲੱਗ ਗਈਆਂ। ਪਰ ਨਲਕੇ ਦੇ ਵਿੱਚ ਪਹਿਲਾਂ ਉੱਤੋਂ ਹੀ ਪਾਣੀ ਪਾਉਣਾ ਪੈਂਦਾ, ਫਿਰ ਉਹਨੂੰ ਗੇੜਨਾ ਪੈਂਦਾ, ਬੋਕੀਆਂ ਵਾਰ-ਵਾਰ ਉਹਨੂੰ ਗੇੜਨਾ ਪੈਂਦਾ, ਜਿੰਨਾ ਚਿਰ ਪਾਣੀ ਚੁੱਕਦਾ ਨਹੀਂ। ਜਦੋਂ ਪਾਣੀ ਚੁੱਕ ਲਵੇ ਫਿਰ ਨਹੀਂ ਉੱਤੋਂ ਪਾਣੀ ਪਾਉਣਾ ਪੈਂਦਾ, ਫਿਰ ਤਾਂ ਥੱਲੜਲਾ ਪਾਣੀ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਚੁੱਲ੍ਹੇ 'ਚ ਅੱਗ ਬਾਲੀ ਦੀ ਹੈ ਨਾ, ਪਹਿਲਾਂ ਉੱਤੋਂ ਅੱਗ ਬਾਲਣੀ ਪੈਂਦੀ ਹੈ, ਕੱਖ ਰੱਖ ਕੇ ਕੋਈ ਕਾਗਜ਼ ਰੱਖਣਾ ਪੈਂਦਾ ਵਾ, ਨਿੱਕੇ ਨਿੱਕੇ ਤੀਲੇ ਜੇ ਰੱਖਣੇ ਪੈਂਦੇ ਆ, ਫਿਰ ਅੱਗ ਲਾਉਣੀ ਪੈਂਦੀ ਆ। ਤੇ ਜਦੋਂ ਲੱਗ ਜਾਵੇ ਵੱਡੀ ਲੱਕੜ ਨੂੰ ਅੱਗ, ਤੇ ਫਿਰ ਉਹਦੇ ਵਿੱਚੋਂ ਅੱਗ ਨਿਕਲਦੀ ਹੈ। ਅੱਗ ਦੇ ਵਿੱਚੋਂ ਫਿਰ ਉਹਦੇ ਵਿੱਚ ਅੱਗ ਵਾ ਲੱਕੜ ਦੇ, ਜੇ ਉਹਦੇ ਵਿੱਚ ਅੱਗ ਨਾ ਹੋਵੇ ਤੇ ਬਾਹਰੋਂ ਅੱਗ ਲਾਈ, ਅੱਗ ਬਲੇ ਹੀ ਨਾ ਕਰੇ। ਹਰੇਕ ਲੱਕੜ ਦੇ ਵਿੱਚ ਅੱਗ ਵਾ, ਹਰੇਕ ਬਨਸਪਤੀ ਦੇ ਵਿੱਚ ਅੱਗ ਵਾ, ਪਰ ਅੱਗ ਉਹਦੀ ਤਾਂ ਪ੍ਰਗਟ ਹੁੰਦੀ ਹੈ ਜੇ ਬਾਹਰੋਂ ਲਾਓ, ਤੇ ਜੇ ਬਾਹਰੋਂ ਨਾ ਲਾਓ ਤੇ ਵਿਚਲੀ ਅੱਗ ਵਿੱਚ ਹੀ ਆ, ਉਹ ਬਲਦੀ ਨਹੀਂ। ਇਸੇ ਤਰ੍ਹਾਂ ਸਭ ਕੁਝ ਮਹਾਰਾਜ ਕਹਿੰਦੇ ਤੇਰੇ ਸਰੀਰ ਦੇ ਵਿੱਚ ਆ, ਪਰ ਤੈਨੂੰ ਬਾਹਰੋਂ ਵੀ ਯਤਨ ਕਰਨਾ ਪੈਣਾ। ਗੁਰੂ ਕਾ ਅੰਮ੍ਰਿਤ ਛਕਣਾ ਪੈਣਾ, ਗੁਰੂ ਕੀ ਦੱਸੀ ਰਹਿਤ ਰੱਖਣੀ ਪੈਣੀ, ਬਾਹਰੋਂ ਨਿਤਨੇਮ 5 ਬਾਣੀਆਂ ਦਾ ਕਰਨਾ ਪੈਣਾ ਵਾ, ਰਹਿਰਾਸ ਸਾਹਿਬ ਦਾ ਪਾਠ ਕਰਨਾ ਪੈਣਾ, ਰਾਤੀ ਕੀਰਤਨ ਸੋਹਿਲੇ ਦਾ ਪਾਠ ਕਰਕੇ ਫਿਰ ਸੌਵੇਂਗਾ, ਅਰਦਾਸ ਬੇਨਤੀ ਕਰੇਗਾ, ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰੇਗਾ। ਇਹ ਬਾਹਰੋਂ ਪਾਣੀ ਪਾਉਣ ਦੀ ਤਰ੍ਹਾਂ ਹੈ, ਅੰਦਰਲੇ ਪਾਣੀ ਨੂੰ ਪ੍ਰਗਟ ਕਰਨ ਵਾਸਤੇ। ਇਹ ਅੰਦਰਲਾ ਪ੍ਰਕਾਸ਼ ਉਹ ਪ੍ਰਕਾਸ਼ਮਾਨ ਹੋ ਜਾਵੇ, ਇਹ ਬਾਹਰੋਂ ਤੈਨੂੰ ਸ਼ਬਦ ਦਾ ਦੀਵਾ ਬਾਹਰੋਂ ਵੀ ਬਾਲਣਾ ਪੈਣਾ, ਪਰ ਹੈ ਸਾਰਾ ਕੁਝ ਅੰਦਰ ਹੀ। ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਜਿਵੇਂ ਉਹ ਪੀਰ ਨੂੰ ਦੱਸਿਆ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਉਹਨੇ ਆਖਿਆ ਸੀ ਮਹਾਰਾਜ ਪ੍ਰਮਾਤਮਾ ਜੇ ਸਾਰੇ ਥਾਵਾਂ ਤੇ ਵਿਆਪਕ ਹੈ ਤਾਂ ਉਹਦਾ ਦਰਸ਼ਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਦਰਸ਼ਨ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ, ਦਰਸ਼ਨ ਕਰਨ ਵਾਸਤੇ ਮੁਸ਼ੱਕਤ ਕਰਨੀ ਪੈਂਦੀ ਹੈ, ਘਾਲਣਾ ਘਾਲਣੀ ਪੈਂਦੀ ਹੈ। ਉਂਝ ਕੱਲੀ ਘਾਲਣਾ ਵੀ ਉਹਨਾਂ ਚਿਰ ਸਫਲੀ ਨਹੀਂ ਹੁੰਦੀ ਜਿੰਨਾ ਚਿਰ ਗੁਰੂ ਕੀ ਕਿਰਪਾ ਨਾਲ ਨਾ ਹੋਵੇ। ਇਸ ਕਰਕੇ ਮਹਾਰਾਜ ਨੇ ਆਖਿਆ ਮਿਹਨਤ ਵੀ ਕਰ, ਪਰ ਗੁਰੂ ਕੀ ਕਿਰਪਾ ਵੀ ਮੰਗ। ਗੁਰੂ ਕੀ ਕਿਰਪਾ ਨਾਲ ਹੀ ਮਿਹਨਤ ਨੂੰ ਫਲ ਲੱਗਣਾ। ਮੁਸ਼ੱਕਤ ਜ਼ਰੂਰ ਕਰਨੀ ਆ, ਨਾਮ ਧਿਆਉਣਾ ਇੱਕ ਮੁਸ਼ੱਕਤ ਕਰਨੀ ਹੈ। ਆਪਾਂ ਸ਼ਲੋਕ ਰੋਜ਼ ਪੜ੍ਹਦੇ ਆ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਉਹਨਾਂ ਨੇ ਮੁਸ਼ੱਕਤ ਘਾਲੀ ਜਿਨ੍ਹਾਂ ਨੇ ਨਾਮ ਧਿਆਇਆ। ਨਾਮ ਧਿਆਉਣਾ, ਚੌਂਕੜਾ ਲਾਉਣਾ, ਗੁਰਮੰਤਰ ਦਾ ਜਾਪ ਕਰਨਾ, ਮੂਲ ਮੰਤਰ ਦਾ ਜਾਪ ਕਰਨਾ, ਆਪਣੇ ਮਨ ਨੂੰ ਟਿਕਾ ਕੇ ਰੱਖਣਾ, ਉਹਨੂੰ ਭੱਜਣ ਦੌੜਨ ਤੋਂ ਰੋਕਣਾ, ਵਾਰ-ਵਾਰ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਬੈਠਣਾ, ਇਹ ਸਾਰੀ ਮੁਸ਼ੱਕਤ ਆ। ਫਿਰ ਚੌਂਕੜਾ ਲਾ ਕੇ ਬੈਠਣਾ ਕਿੰਨਾ ਸਮਾਂ, ਇਹ ਜ਼ਰੂਰੀ ਨਹੀਂ। ਉਸ ਤਰ੍ਹਾਂ ਕਈਆਂ ਤੇ ਚੌਂਕੜਾ ਨਹੀਂ ਵੀ ਲੱਗਦਾ, ਪਰ ਜਿਹੜਾ ਮਰਿਆਦਾ ਹੈ, ਜੋ ਨਿਯਮ ਹੈ, ਉਹਦੇ ਸੰਬੰਧ 'ਚ ਬੇਨਤੀ ਤਾਂ ਕਰਨੀ ਪੈਂਦੀ। ਜਿਹਦੇ ਤੋਂ ਨਹੀਂ ਚੌਂਕੜਾ ਲੱਗਦਾ ਉਹ ਭਾਵੇਂ ਖਲੋਤਾ ਨਾਮ ਜਪੀ ਜਾਵੇ, ਭਾਵੇਂ ਬੈਠਾ ਜਪੀ ਜਾਵੇ, ਭਾਵੇਂ ਲੰਮੇ ਪਿਆ ਜਪੀ ਜਾਵੇ, ਗੱਲ ਤੇ ਨਾਮ ਜਪਣ ਦੀ ਆ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਇਹ ਸਾਰੀ ਮੁਸ਼ੱਕਤ ਹੀ ਤਾਂ ਹੈ। ਜਿਨ੍ਹਾਂ ਨੇ ਨਾਮ ਤੇ ਆਇਆ ਉਹਨਾਂ ਨੇ ਮੁਸ਼ੱਕਤ ਘਾਲੀ ਹੈ। ਪਦਾਰਥ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਆ, ਤਾਂ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਵੀ ਮਿਹਨਤ ਤਾਂ ਕਰਨੀ ਪੈਂਦੀ ਹੈ। ਜਪ ਤਾਂ ਕਰਨਾ ਹੀ ਪੈਂਦਾ ਹੈ, ਤਪ ਕਰਨਾ ਹੀ ਪੈਂਦਾ ਹੈ, ਸੰਜਮ ਰੱਖਣਾ ਹੀ ਪੈਂਦਾ।
ਸੇਵਾ ਸਿਮਰਨ ਕਰਨਾ ਹੀ ਪੈਂਦਾ, ਧਰਮ ਕਮਾਉਣਾ ਪੈਂਦਾ, ਪਰ ਕਮਾ ਕੇ ਫਿਰ ਵੀ ਨਿਮਰਤਾ ਵਿੱਚ ਰਹਿਣਾ ਪੈਂਦਾ, ਫਿਰ ਵੀ ਸ਼ਰਨ ਵਿੱਚ ਪੈ ਕੇ ਇਸ ਤਰ੍ਹਾਂ ਬੇਨਤੀ ਕਰਨੀ ਪੈਂਦੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਸਭ ਕੁਝ ਕਰਕੇ ਹੰਕਾਰ ਵੀ ਛੱਡਣਾ ਪੈਂਦਾ। ਸਤਿਗੁਰੂ ਕਹਿੰਦੇ ਪੀਰ ਜੀ ਮਿਹਨਤ ਕੀਤਿਆਂ ਹੀ ਦਰਸ਼ਨ ਹੁੰਦੇ ਹੈ ਤਾਂ ਉਹ ਵਿਆਪਕ ਸਾਰੇ ਥਾਵਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਜੇ ਪਰਮੇਸ਼ਰ ਸਾਰੇ ਥਾਵਾਂ ਤੇ ਵਸਦਾ ਹੈ ਤੇ ਦਿਸਦਾ ਕਿਉਂ ਨਹੀਂ? ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਪਦਾਰਥ ਵੀ ਕਈ ਆ ਜਿਹੜੇ ਵਸਦੇ ਸਾਰੇ ਥਾਵਾਂ ਤੇ ਹੁੰਦੇ ਆ ਪਰ ਦਿਸਦੇ ਨਹੀਂ ਹੁੰਦੇ। ਪਦਾਰਥ ਦੀ ਉਦਾਹਰਨਾਂ ਦੇ ਕਰਕੇ ਪਰਮਾਤਮਾ ਦਾ ਗਿਆਨ ਬਖਸ਼ਿਆ ਬਾਬਾ ਜੀ। ਵੇਖੋ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਆ ਤੇ ਉਹੀ ਉਦਾਹਰਨਾਂ ਦਿੱਤੀਆਂ ਜੋ ਕੁਝ ਸਾਡੇ ਸਮਾਜ ਦੇ ਵਿੱਚ ਆ, ਸੰਸਾਰ ਦੇ ਵਿੱਚ ਵਾ, ਪਰਿਵਾਰ ਦੇ ਵਿੱਚ ਵਾ, ਸਾਡੇ ਘਰਾਂ ਵਿੱਚ ਵਰਤੇ ਜਾਣ ਵਾਲੇ ਜੋ ਪਦਾਰਥ ਵਾ, ਜੋ ਵਸਤੂਆਂ ਵਾ, ਉਹੋ ਹੀ ਉਦਾਹਰਨਾਂ ਦਿੱਤੀਆਂ। ਕਿਤੇ ਮਾਤਾ ਪਿਤਾ ਦੀ ਉਦਾਹਰਨ ਦਿੱਤੀ ਹੈ, ਕਿਤੇ ਭੈਣ ਭਰਾਵਾਂ ਦੀ ਉਦਾਹਰਨ ਦਿੱਤੀ ਹੈ, ਕਿਤੇ ਪਤੀ ਪਤਨੀ ਦੀ ਉਦਾਹਰਨ, ਕਿੰਨੀ ਵਾਰੀ ਪਤੀ ਪਤਨੀ ਦਾ ਵੀ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ। ਪਰਮਾਤਮਾ ਪਤੀ ਹੈ, ਇਹ ਜੀਵ ਪਤਨੀਆਂ ਰੂਪ ਹਨ, ਠਾਕੁਰ ਏਕ ਸਬਾਈ ਨਾਲ। ਸਤਿਗੁਰੂ ਕਹਿਣ ਲੱਗੇ ਵੀ ਦੁੱਧ ਮੰਗਾਓ। ਪੀਰ ਨੇ ਦੁੱਧ ਮੰਗਾਇਆ। ਕਹਿਣ ਲੱਗੇ ਪੀਰ ਜੀ ਆਹ ਦੁੱਧ ਦਾ ਛੰਨਾ ਜਿਹੜਾ ਹੈ ਇਹਦੇ ਵਿੱਚ ਘਿਓ ਹੈ? ਪੀਰ ਨੇ ਆਖਿਆ ਜੀ ਹਾਂ, ਇੱਕ ਇੱਕ ਬੂੰਦ ਵਿੱਚ ਘਿਓ। ਮਹਾਰਾਜ ਕਹਿੰਦੇ ਦਿਸਦਾ ਤੇ ਹੈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਦਿਸਦਾ ਤੇ ਹੈ ਨਹੀਂ ਦੁੱਧ ਦੇ ਵਿੱਚ ਘਿਓ। ਕਹਿੰਦਾ ਜੀ ਇਸ ਤਰ੍ਹਾਂ ਨਹੀਂ ਦਿਸਣਾ। ਗੁਰੂ ਸਾਹਿਬ ਜੀ ਨੇ ਜੋ ਬਚਨ ਆਪ ਕਹਿਣੇ ਹੁੰਦੇ ਨਾ ਉਹ ਐਸੇ ਤਰੀਕੇ ਨਾਲ, ਐਸੇ ਢੰਗ ਦੇ ਨਾਲ ਮਹਾਰਾਜ ਸਾਹਿਬ ਐਸੀ ਜੁਗਤੀ ਦੇ ਨਾਲ ਸਮਝਾਉਂਦੇ ਆ ਕਿ ਆਪਣੇ ਮੁਖ ਤੋਂ ਜੋ ਕੁਝ ਕਹਿ ਕੇ ਸਮਝਾਉਣਾ ਵਾ ਉਹ ਅਗਲਾ ਕਹਿੰਦਾ ਆਪਣੇ ਆਪ, ਜਿਸ ਨੂੰ ਉਪਦੇਸ਼ ਦਿੰਦੇ ਬਾਬਾ। ਵੇਖੋ ਜਦੋਂ ਹਰਿਦੁਆਰ ਮਹਾਰਾਜ ਨੇ ਪਾਣੀ ਸੁੱਟਿਆ ਸੀ ਲਹਿੰਦੇ ਵਾਲੇ ਪਾਸੇ ਨੂੰ, ਸਾਰੇ ਲੋਕ ਇਕੱਠੇ ਹੋ ਗਏ ਸੀ। ਕਹਿੰਦੇ ਜੀ ਸਾਰੀ ਦੁਨੀਆ ਚੜ੍ਹਦੇ ਨੂੰ ਪਾਣੀ ਦੇ ਰਹੀ, ਤੁਸੀਂ ਲਹਿੰਦੇ ਵਾਲੇ ਨੂੰ ਸੁੱਟ ਰਹੇ ਹੋ। ਮਹਾਰਾਜ ਕਹਿੰਦੇ ਵੀ ਤੁਸੀਂ ਇੱਧਰ ਨੂੰ ਕਿਉਂ ਸੁੱਟ ਰਹੇ ਹੋ? ਕਹਿੰਦੇ ਜੀ ਅਸੀਂ ਸੂਰਜ ਨੂੰ ਪਾਣੀ ਦਿੰਨੇ ਆ ਤੇ ਸੂਰਜ ਧਰਮ ਰਾਜਾ ਨੂੰ ਪਾਣੀ ਦਿੰਦਾ ਵਾ, ਤੇ ਧਰਮ ਰਾਜਾ ਸਾਡੇ ਬਜ਼ੁਰਗ ਜਿਹੜੇ ਮਰੇ ਮੁੱਕੇ ਉਹਨਾਂ ਨੂੰ ਦਿੰਦਾ, ਪਿਤਰਾਂ ਨੂੰ ਦਿੰਦਾ। ਸੁੱਤ ਭਾਨ ਵੀ ਧਰਮ ਰਾਜਾ ਜਿਹੜਾ ਉਹ ਸੂਰਜ ਦਾ ਪੁੱਤਰ। ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਣੀ ਦਿੰਨੇ। ਮਾਰੇ ਫੇਰ ਉਧਰ ਨੂੰ ਸੁੱਟਦੇ। ਕਹਿੰਦੇ ਜੀ ਤੁਸੀਂ ਇੱਧਰ ਨੂੰ। ਸਤਿਗੁਰੂ ਕਹਿੰਦੇ ਸਾਡੀ ਫਸਲ ਹੈ ਇੱਧਰ, ਸਾਡਾ ਨਗਰ ਹੈ ਰਾਏ ਭੋਏ ਦੀ ਤਲਵੰਡੀ, ਅਸੀਂ ਆਪਣੀ ਫਸਲ ਨੂੰ ਪਾਣੀ ਦਿੰਨੇ। ਕਹਿੰਦੇ ਜੀ ਇੱਥੋਂ ਲਾਹੌਰ ਦੇ ਲਾਗੇ ਏਡੀ ਦੂਰ ਪਾਣੀ ਕਿਵੇਂ ਪਹੁੰਚ ਜਾਵੇਗਾ? ਮਾਰੇ ਕਹਿੰਦੇ ਧਰਤੀ ਤੇ ਹੀ ਆ। ਜੇ ਸਾਡਾ ਧਰਤੀ ਤੇ ਪਾਣੀ ਨਹੀਂ ਪਹੁੰਚ ਸਕਦਾ ਤੇ ਤੁਹਾਡਾ ਸੂਰਜ ਤੇ ਕਿਵੇਂ ਪਾਣੀ ਪਹੁੰਚ ਜਾਵੇਗਾ? ਅਰਬਾਂ ਖਰਬਾਂ ਮੀਲ ਤੇ ਨਾਲੇ ਉੱਚੀ ਥਾਂ ਤੇ। ਉਹਨਾਂ ਨੂੰ ਮੰਨਣਾ ਪਿਆ ਕਿ ਨਹੀਂ ਪਹੁੰਚਦਾ ਪਾਣੀ ਇੱਧਰ। ਇਸੇ ਤਰੀਕੇ ਨਾਲ ਜਦੋਂ ਕਾਰੂ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਸੀ, ਠੀਕਰੀਆਂ ਤੋੜ ਕੇ ਮਹਾਰਾਜ ਨੇ ਆਪਣੇ ਚੋਲੇ ਦੇ ਪੱਲੇ ਦੇ ਵਿੱਚ ਪਾਈਆਂ ਸੀ। ਉਹਨੇ ਕਿਹਾ ਫਕੀਰੋ ਇਹ ਕਾਹਦੇ ਵਾਸਤੇ ਪਾ ਰਹੇ? ਕਹਿੰਦੇ ਜੀ ਪਰਲੋਕ ਨੂੰ ਲੈ ਕੇ ਜਾਵਾਂਗੇ। ਕਹਿੰਦਾ ਪਰਲੋਕ ਨੂੰ ਤਾਂ ਸਰੀਰ ਵੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਪਤਾ ਤੈਨੂੰ ਨਹੀਂ ਜਾਂਦਾ? ਕਹਿੰਦਾ ਜੀ ਹਰ ਬੰਦੇ ਨੂੰ ਪਤਾ, ਸਰੀਰ ਜਦੋਂ ਸਵਾਸ ਪੂਰੇ ਹੋ ਜਾਂਦੇ ਇੱਥੇ ਹੀ ਸਰੀਰ ਦਾ ਅੰਤਮ ਕਿਰਿਆ ਕਰਮ ਕੀਤਾ ਜਾਂਦਾ ਹੈ। ਕੋਈ ਅੱਗ ਵਿੱਚ ਸਾੜਦੇ, ਕੋਈ ਦਫਨਾ ਦਿੰਦੇ ਮਿੱਟੀ 'ਚ, ਅੱਗੇ ਤਾਂ ਸਰੀਰ ਵੀ ਨਹੀਂ ਜਾਂਦਾ, ਠੀਕਰੀਆਂ ਕਿਵੇਂ ਲੈ ਜਾਓਗੇ? ਸਤਿਗੁਰੂ ਕਹਿੰਦੇ ਜਿਹੜੇ ਫਿਰ ਤੂੰ ਮਾਇਆ ਦੇ ਢੇਰ ਇਕੱਠੇ ਕਰਕੇ ਰੱਖੇ ਪਾਪ ਕਮਾ ਕੇ, ਉਹ ਫਿਰ ਸਮਝ ਪੈ ਗਈ ਸੀ ਅੱਗੇ ਨਹੀਂ ਜਾਣਾ। ਵੀ ਐਸਾ ਤਰੀਕਾ, ਐਸੀ ਜੁਗਤੀ ਜੋ ਆਪ ਕਹਿਣਾ ਉਹ ਅਗਲੇ ਦੇ ਮੁਖ ਤੋਂ ਕਹਾ ਦੇਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੀਰ ਜੀ ਇਸ ਦੁੱਧ ਦੇ ਵਿੱਚ ਘਿਓ ਹੈ? ਕਹਿੰਦਾ ਜੀ ਹੈ। ਮਹਾਰਾਜ ਕਹਿੰਦੇ ਦਿਸਦਾ ਕਿਉਂ ਨਹੀਂ? ਕਹਿੰਦਾ ਜੀ ਵੇਖਣ ਵਾਸਤੇ ਬੜੇ ਯਤਨ ਕਰਨੇ ਪੈਂਦੇ ਆ, ਫਿਰ ਦਿਸਦਾ ਦੁੱਧ ਦੇ ਵਿੱਚੋਂ ਘਿਓ। ਇਹਨੂੰ ਗਰਮ ਕਰਨਾ ਪੈਂਦਾ ਹੈ ਰੁੱਤ ਦੇ ਲਿਹਾਜ਼ ਦੇ ਨਾਲ, ਫਿਰ ਇਹਨੂੰ ਠੰਡਾ ਕਰਕੇ ਫਿਰ ਇਹਨੂੰ ਖੱਟਾ ਲਾਉਣਾ ਪੈਂਦਾ, ਜਾਗ ਲਾਉਣੀ ਪੈਂਦੀ ਹੈ ਥੋੜਾ ਜਿਹਾ ਖੱਟਾ। ਫਿਰ ਜੇ ਠੰਡ ਦੀ ਰੁੱਤ ਆ ਤੇ ਉਹਨੂੰ ਢੱਕ ਕੇ ਰੱਖਣਾ ਪੈਂਦਾ ਵਾ, ਤੇ 8-10 ਘੰਟੇ ਇੱਕ ਥਾਂ ਦੇ ਉੱਤੇ ਟਿਕਿਆ ਰਵੇ, ਹਿੱਲੇ ਨਾ।
ਉਹਨੂੰ ਵਾਰ-ਵਾਰ ਹਿਲਾਇਆ ਨਾ ਜਾਵੇ, ਇੱਕ ਥਾਂ ਤੇ 8-10 ਘੰਟੇ ਟਿਕਿਆ ਰਵੇ, ਫਿਰ ਜਾ ਕੇ ਦਹੀਂ ਜੰਮਦਾ। ਤੇ ਦਹੀਂ ਬਣਨ ਤੋਂ ਬਾਅਦ ਇਹਨੂੰ ਮਧਾਣੀ ਨਾਲ ਰਿੜਕਣਾ ਪੈਂਦਾ। ਰਿੜਕਣ ਤੋਂ ਬਾਅਦ ਇਹਦੇ ਚੋਂ ਮੱਖਣ ਨਿਕਲਦਾ, ਮੱਖਣ ਵੱਖਰਾ ਕੱਢ ਲਈਦਾ, ਲੱਸੀ ਵੱਖਰੀ ਹੋ ਜਾਂਦੀ। ਫਿਰ ਮੱਖਣ ਨੂੰ ਗਰਮ ਕਰੀਦਾ ਹੈ, ਗਰਮ ਕਰਨ ਤੋਂ ਬਾਅਦ ਕਿਤੇ ਘਿਓ ਦਿਸਦਾ ਹੈ। ਤੇ ਸਤਿਗੁਰੂ ਕਹਿੰਦੇ ਵੇਖ, ਦੁੱਧ ਵਿੱਚੋਂ ਘਿਓ ਵੇਖਣਾ ਹੋਵੇ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ, ਤੇ ਪ੍ਰਮਾਤਮਾ ਉਂਝ ਹੀ ਦਿਸ ਪਵੇਗਾ। ਉਹ ਮਸੱਕਤ ਤੋਂ ਬਿਨਾਂ ਹੀ ਦਿਸ ਪਵੇਗਾ। ਕੁਝ ਥਮਾਂ ਠਹਿਰਨਾ ਪਵੇਗਾ। ਜਿਵੇਂ ਦੁੱਧ ਨੂੰ ਜਾਗ ਲਾਉਣੀ ਪੈਂਦੀ ਹੈ ਨਾ ਇਹਦੇ ਚੋਂ ਘਿਓ ਕੱਢਣ ਵਾਸਤੇ, ਇਸੇ ਤਰ੍ਹਾਂ ਪਹਿਲਾਂ ਗੁਰੂ ਕੇ ਉਪਦੇਸ਼ ਦੀ ਜਾਗ ਲਾਉਣੀ ਪੈਂਦੀ। ਜਾਗ, ਗੁਰੂ का उपदेश ਲੈ ਕਰਕੇ ਜਾਗ ਲਾਉਣੀ, ਤੇ ਜਾਗ ਲਾ ਕਰਕੇ ਫਿਰ ਕੁਝ ਸਮਾਂ ਉਡੀਕ ਵੀ ਕਰਨੀ ਪੈਂਦੀ ਹੈ। ਸ਼ਬਦ ਦਾ ਅਭਿਆਸ ਕਰਕੇ ਨਾਮ ਦੀ ਕਮਾਈ ਕਰਦਿਆਂ ਹੋਇਆਂ ਫਿਰ ਟਿਕਣਾ ਵੀ ਪੈਂਦਾ ਵਾ, ਠਹਿਰਨਾ ਵੀ ਪੈਂਦਾ, ਕਿਤੇ ਖਲੋਣਾ ਪੈਂਦਾ। 8-10 ਘੰਟੇ ਇਹ ਦੁੱਧ ਜਿਹੜਾ ਵਾ ਉਹ ਟਿਕਦਾ ਵਾ, ਤੇ ਫਿਰ ਕਿਤੇ ਦਹੀਂ ਦੇ ਰੂਪ ਵਿੱਚ ਬਦਲਦਾ। ਤੇ ਜੇ ਉਹਨੂੰ ਵਾਰ-ਵਾਰ ਵੇਖੀ ਜਾਵੇ ਕੋਈ ਵੀ ਹਲੇ ਜੰਮਿਆ ਕਿ ਨਹੀਂ ਜੰਮਿਆ, ਫਿਰ ਕਿਵੇਂ ਉਹ ਜੰਮੇਗਾ? ਫਿਰ ਨਹੀਂ ਜੰਮਦਾ ਜੇ ਉਹਨੂੰ ਹਿਲਾਈ ਜਾਈਏ। ਇਸ ਕਰਕੇ ਉਡੀਕ ਵੀ ਕਰਨੀ ਪੈਂਦੀ ਆ ਕੁਝ ਸਮਾਂ, ਫਿਰ ਜਾ ਕਰਕੇ ਉਹਦੇ ਵਿੱਚੋਂ ਕਿਤੇ ਦਹੀਂ ਬਣਦਾ, ਤੇ ਦਹੀਂ ਚੋਂ ਮੱਖਣ, ਤੇ ਫਿਰ ਘਿਓ ਨਿਕਲਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਹੇ ਪੀਰ, ਪਰਮੇਸ਼ਰ ਵੀ ਸਰਬ ਵਿਆਪਕ ਹੈ, ਪਰ ਉਹ ਦਿਸਦਾ ਨਹੀਂ। ਉਹਨੂੰ ਵੇਖਣ ਵਾਸਤੇ ਅੱਖਾਂ ਗੁਰੂ ਸਾਹਿਬ ਦੇ ਪਾਸੋਂ ਲੈਣੀਆਂ ਪੈਂਦੀਆਂ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾ ਪਿਰੀ। ਮੇਰਾ ਪਿਰੀ ਪ੍ਰਮਾਤਮਾ ਪਤੀ ਜਿਨ੍ਹਾਂ ਅੱਖਾਂ ਨਾਲ ਦਿਸਦਾ, ਉਹ ਅੱਖਾਂ ਗੁਰੂ ਕੇ ਉਪਦੇਸ਼ ਦੀਆਂ ਵਾ, ਗੁਰੂ ਦੇ ਸ਼ਬਦ ਦੀਆਂ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਅੰਦਰ ਸਮਾਇਆ ਹੋਇਆ ਵਾ। ਜਿੱਥੇ ਸਾਰੇ ਥਾਵਾਂ ਤੇ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਹ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਿੱਥੇ ਸਰਬ ਵਿਆਪਕ ਹੈ, ਉੱਥੇ ਮਹਾਰਾਜ ਕਹਿੰਦੇ, ਬੰਦਿਆ ਤੇਰੇ ਸਰੀਰ ਵਿੱਚ ਵੀ ਉਹੀ ਜੋਤ ਹੈ। ਜੋ ਕੁਝ ਬਾਹਰ ਹੈ ਉਹ ਸਾਰਾ ਕੁਝ ਤੇਰੇ ਸਰੀਰ ਦੇ ਅੰਦਰ ਹੈ, ਤੇਰੇ ਪਿੰਡ ਦੇ ਅੰਦਰ ਹੈ। ਮਹਾਰਾਜ ਕਹਿੰਦੇ ਬਾਣੀ ਬਾਹਰ ਵੀ ਵਿਆਪਕ ਹੈ, ਬਾਹਰ ਵੀ ਸ਼ਬਦ ਰੂਪ ਵਿੱਚ ਹੈ, ਪਰ ਅਨਹਦ ਬਾਣੀ ਤੇਰੇ ਅੰਦਰ ਵੀ ਹੈ। ਸ਼ਬਦ ਬਾਹਰ ਵੀ ਹੈ ਤੇ ਸ਼ਬਦ ਤੇਰੇ ਅੰਦਰ ਵੀ ਹੈ। ਉਹਨੂੰ ਆਖਿਆ ਅਨਹਦ, ਉਹਨੂੰ ਆਖਿਆ ਅਨਹਦ ਵਾਜੇ, ਉਸ ਨੂੰ ਆਖਿਆ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉਹ ਅਨਹਦ ਵਾਜੇ ਜਿਹੜੇ ਆ ਉਹ ਤੇਰੇ ਅੰਦਰ ਵੀ ਆ। ਬਾਹਰ ਕੀਰਤਨ ਜਿੱਥੇ ਹੋ ਰਿਹਾ, ਉੱਥੇ ਕੀਰਤਨ ਤੇਰੇ ਅੰਦਰ ਵੀ ਹੋ ਰਿਹਾ। ਮਹਾਰਾਜ ਕਹਿੰਦੇ ਅਨੰਦ ਸੁਣੋ ਵੱਡ ਭਾਗੀ ਹੋ, ਵੱਡਿਆਂ ਭਾਗਾਂ ਵਾਲਿਓ। ਉਹ ਜੋ ਅਨਹਦ ਵਾਜੇ ਅੰਦਰ ਵੱਜ ਰਹੇ ਆ, ਸ਼ਬਦ ਦੇ ਵਾਜੇ, ਨਾਮ ਦੇ ਵਾਜੇ, ਉਹਨੂੰ ਸੁਣਨਾ ਕਰੋ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ। ਜੋ ਨੌ ਨਿਤੀਆਂ ਦਾ ਖਜ਼ਾਨਾ ਅੰਮ੍ਰਿਤ ਰੂਪੀ ਨਾਮ ਹੈ, ਮਹਾਰਾਜ ਕਹਿੰਦੇ ਉਹ ਬਾਹਰ ਕਿਤੇ ਵਿਸਰਾਮ ਨਹੀਂ, ਦੇਹੀ ਮੈਂ, ਇਸ ਦੇਹੀ ਦੇ ਵਿੱਚ ਉਹਦਾ ਵਿਸਰਾਮ ਹੈ। ਇੱਕ ਥਾਂ ਤੇ ਵੀ ਮਹਾਰਾਜ ਨੇ ਆਖਿਆ ਅੰਦਰ ਤੇ ਖੂਹ ਭਰਿਆ ਪਿਆ ਵਾ, ਅੰਮ੍ਰਿਤ ਦਾ ਕੁੰਟ ਹੈ ਅੰਦਰ, ਅੰਮ੍ਰਿਤ ਦਾ ਖੂਹ ਹੈ ਅੰਦਰ। ਤੇ ਉਸ ਖੂਹ ਦੇ ਤੀਕ ਸ਼ਬਦ ਦੇ ਨਾਲ ਪਹੁੰਚਣਾ, ਗੁਰੂ ਕੇ ਸ਼ਬਦ ਨੂੰ ਜਪ ਕੇ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸਬਦੇ ਕਾਢ ਪੀਐ ਪਨਿਹਾਰੀ। ਸ਼ਬਦ ਨਾਲ ਜੁੜ ਕਰਕੇ, ਸ਼ਬਦ ਦੀ ਲੱਜ ਦੇ ਨਾਲ ਹਿਰਦੇ ਰੂਪੀ ਖੂਹ ਦੇ ਵਿੱਚੋਂ ਨਾਮ ਅੰਮ੍ਰਿਤ ਨੂੰ ਪੀਤਾ ਜਾ ਸਕਦਾ। ਬਾਹਰੋਂ ਅੰਮ੍ਰਿਤ ਛਕਣਾ ਜ਼ਰੂਰੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਪੰਜਾਂ ਕਕਾਰਾਂ ਦੇ ਧਾਰਨੀ ਹੋ ਕੇ, ਤੇ ਨਾਮ ਬਾਣੀ ਦਾ ਅਭਿਆਸ ਬਾਹਰੋਂ ਕਰਨਾ ਹੈ, ਕਿਉਂਕਿ ਅੰਦਰ ਵਾਲਾ ਅੰਮ੍ਰਿਤ ਵੀ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਹੈ ਤਾਂ ਅੰਦਰ ਹੀ, ਜਿਸ ਨੂੰ ਮਿਲਿਆ ਉਹਨੂੰ ਅੰਦਰੋਂ ਹੀ ਮਿਲਿਆ ਹੈ। ਪਰਮਾਤਮਾ ਵੀ ਅੰਦਰੋਂ ਮਿਲਿਆ, ਨਾਮ ਅੰਮ੍ਰਿਤ ਅੰਦਰੋਂ ਪ੍ਰਾਪਤ ਹੋਇਆ, ਪਰ ਅੰਦਰੋਂ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਬਾਹਰੋਂ ਵੀ ਸਾਂਝ ਬਣਾਈ ਹੈ। ਜਿਨ੍ਹਾਂ ਨੇ ਬਾਹਰੋਂ ਨਹੀਂ ਨਾ ਅੰਮ੍ਰਿਤ ਛਕਿਆ, ਉਹਨਾਂ ਨੂੰ ਅੰਦਰੋਂ ਅੰਮ੍ਰਿਤ ਨਹੀਂ ਲੱਭਿਆ। ਜਿਨ੍ਹਾਂ ਬਾਹਰੋਂ ਨਹੀਂ ਬਾਣੀ ਦਾ ਅਭਿਆਸ ਕੀਤਾ, ਉਹਨਾਂ ਨੂੰ ਅੰਦਰੋਂ ਨਹੀਂ ਸ਼ਬਦ ਸੁਣਿਆ।
ਬਾਬਾ ਫਰੀਦ ਸਾਹਿਬ ਜੀ ਨੂੰ ਪ੍ਰਾਪਤੀ ਹੋਈ ਤੇ ਉਹਨਾਂ ਨੇ ਕਹਿ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਐ, ਜੰਗਲ ਕਿਆ ਢੂੰਡੇ। ਜਦੋਂ ਰੱਬ ਹੀ ਅੰਦਰ ਵਸਦਾ ਹੈ ਤੇ ਰੱਬ ਹੀ ਅੰਮ੍ਰਿਤ ਰੂਪ ਹੈ, ਅੰਮ੍ਰਿਤ ਦਾ ਖਜ਼ਾਨਾ ਉਹ ਆਪ ਹੀ ਹੈ। ਰੱਬ ਅੰਦਰ ਵਸਦਾ, ਨਾਮ ਅੰਦਰ ਵਸਦਾ, ਮਾਰੇ ਕਹਿੰਦੇ ਬਾਣੀ ਅੰਦਰ ਵਸਦੀ ਹੈ ਤੇ ਉਹਦੇ ਤੀਕ ਪਹੁੰਚਣ ਵਾਸਤੇ ਗੁਰੂ ਕੇ ਸ਼ਬਦ ਦੀ ਲੋੜ ਹੈ। ਇਸ ਕਰਕੇ ਉਹ ਜੋ ਅਨੰਦ ਹੈ, ਅਨਹਦ ਨਾਦ ਹੈ, ਉਸ ਨੂੰ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲਿਓ ਸੁਣੋ। ਬਾਹਰੀ ਤੌਰ ਤੇ ਵੀ ਸੰਗਤ ਵਿੱਚ ਬੈਠ ਕਰਕੇ ਆਨੰਦ ਸਾਹਿਬ ਦੀ ਬਾਣੀ ਸਰਵਣ ਕਰੋ। ਸਾਰੀ ਗੁਰੂ ਕੀ ਬਾਣੀ ਆਨੰਦ ਦੇਣ ਵਾਲੀ ਹੀ ਹੈ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਹੋਰ ਜਿੰਨੀ ਵੀ ਗੁਰੂ ਸਾਹਿਬ ਜੀ ਦੀ ਬਾਣੀ ਹੈ, ਕਲਗੀਧਰ ਪਾਤਸ਼ਾਹੀ ਦੀ ਬਾਣੀ ਹੈ, ਇਹ ਸਾਰੀ ਆਨੰਦ ਬਖਸ਼ਣ ਵਾਲੀ ਹੈ, ਆਨੰਦ ਤੀਕ ਹੀ ਪਹੁੰਚਾਉਣ ਵਾਲੀ ਹੈ, ਉਸ ਅਨਹਦ ਨਾਦ ਤੀਕ ਹੀ ਪਹੁੰਚਾਉਣ ਵਾਲੀ ਹੈ। ਮਹਾਰਾਜ ਕਹਿੰਦੇ ਜਿੱਥੇ ਬਾਹਰੋਂ ਇਹ ਬਾਣੀ ਸਰਵਣ ਕਰਨੀ, ਉੱਥੇ ਆਪਣੇ ਹਿਰਦੇ ਤਲ ਤੋਂ ਅੰਦਰੋਂ ਵੀ ਉਹ ਅਨਹਦ ਨਾਦ ਨੂੰ ਵੱਡਿਆਂ ਭਾਗਾਂ ਵਾਲਿਓ ਨਿਸ਼ਕਾਮੀਓ ਸੁਣਨਾ ਕਰੋ। ਸਗਲ ਮਨੋਰਥ ਪੂਰੇ, ਫਿਰ ਸਾਰੇ ਮਨੋਰਥ ਪੂਰੇ ਹੋ ਜਾਣਗੇ। ਜਦੋਂ ਵੱਡਿਆਂ ਭਾਗਾਂ ਵਾਲਿਆਂ ਨੇ ਉਸ ਸ਼ਬਦ ਨੂੰ, ਉਸ ਨਾਦ ਨੂੰ, ਉਸ ਸੰਗੀਤ ਨੂੰ ਸੁਣਿਆ ਤੇ ਫਿਰ ਸਾਰੇ ਮਨੋਰਥ ਪੂਰੇ ਹੋ ਗਏ। ਸਾਰੇ ਮਨੋਰਥ, ਸਾਰੇ ਫੁਰਨੇ ਪੂਰੇ ਹੋ ਗਏ। ਉਸ ਸ਼ਬਦ ਸੁਣੇ ਤੋਂ ਬਿਨਾ ਸਾਰੇ ਮਨੋਰਥ ਪੂਰੇ ਨਹੀਂ ਹੁੰਦੇ। ਸਾਰੇ ਕਾਰਜ ਕਰਕੇ ਵੀ, ਸੰਸਾਰੀ ਕਾਰਜ ਕਰਕੇ ਵੀ ਬੰਦਾ ਅਧੂਰਾ ਹੀ ਰਹਿ ਜਾਂਦਾ ਹੈ। ਸੰਸਾਰ ਦਾ ਕੋਈ ਵੀ ਕਾਰਜ ਹੈ, ਉਹਦੀ ਆਰੰਭਤਾ ਉਤਸ਼ਾਹ ਦੇ ਨਾਲ, ਉਹਦੀ ਸਮਾਪਤੀ ਤੇ ਸੋਗ ਹੈ, ਰੋਗ ਹੈ, ਸੋਗ ਹੈ। ਸੰਸਾਰੀ ਕੋਈ ਵੀ ਖੁਸ਼ੀ ਉਹਦੇ ਪਿੱਛੇ ਗਮੀ ਖਲੋਤੀ ਹੋਈ ਹੈ। ਸੰਸਾਰੀ ਕੋਈ ਵੀ ਲਾਭ ਹੈ, ਉਹਦੇ ਪਿੱਛੇ ਘਾਟਾ ਖਲੋਤਾ ਹੋਇਆ ਹੈ। ਜਨਮ ਦੇ ਪਿੱਛੇ ਮਰਨ ਖਲੋਤਾ ਹੋਇਆ। ਸਾਰੇ ਮਨੋਰਥ ਉਹਦੇ ਹੀ ਪੂਰੇ ਹੋਣਗੇ ਜਿਸ ਵੇਲੇ ਸ਼ਬਦ ਦੇ ਨਾਲ ਸਾਂਝ ਪੈ ਜਾਵੇ। ਜਿਨ੍ਹਾਂ ਦੀ ਸਾਂਝ ਪੈ ਗਈ, ਜਿਨ੍ਹਾਂ ਨੇ ਸੁਣਿਆ ਪ੍ਰਭੂ ਨੂੰ, ਵਾਹਿਗੁਰੂ ਜੀ ਨੂੰ, ਅਨਹਦ ਨੂੰ, ਉਹ ਇੱਕ ਰਸ ਜਿਹੜੇ ਨਾਮ ਦੇ ਵਾਜੇ ਵੱਜ ਰਹੇ ਹਨ, ਉਹਨਾਂ ਦੇ ਫਿਰ ਕੋਈ ਕਰਨ ਵਾਲਾ ਮਨੋਰਥ ਰਹਿ ਹੀ ਨਹੀਂ ਗਿਆ। ਉਹਨਾਂ ਕਿਹਾ ਸਾਰੇ ਹੀ ਮਨੋਰਥ ਪੂਰੇ ਹੋ ਗਏ। ਭਗਤ ਕਬੀਰ ਸਾਹਿਬ ਜੀ ਨੇ ਆਖਿਆ ਸਾਰੇ ਹੀ ਕਾਰਜ ਕਰ ਲਏ। ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ ਸਭ ਕੁਝ ਪੂਰਾ ਹੋ ਗਿਆ। ਭਗਤ ਰਵਿਦਾਸ ਸਾਹਿਬ ਜੀ, ਕੋਈ ਭੱਜ ਦੌੜ ਨਹੀਂ, ਕਿਉਂਕਿ ਉਹ ਬਾਹਰੀ ਪਦਾਰਥਾਂ ਵੱਲੇ ਉਹਨਾਂ ਦੀ ਦੌੜ ਕਿਉਂ ਨਹੀਂ? ਕਿਉਂਕਿ ਉਹਨਾਂ ਨੂੰ ਅੰਦਰੋਂ ਹੀ ਉਹ ਪਦਾਰਥ ਪ੍ਰਾਪਤ ਹੋ ਗਿਆ ਜਿਹਦੀ ਕੀਮਤ ਬਾਹਰਲੇ ਜਿਹੜੇ ਨਾ ਉਹਦੇ ਸਾਹਮਣੇ ਹੌਲੇ ਆ, ਛੋਟੇ ਆ। ਉਂਝ ਤਾਂ ਜੋੜੇ ਕੱਢਦੇ ਸੀ ਭਗਤ ਰਵਿਦਾਸ ਸਾਹਿਬ ਜੀ, ਮਰੇ ਪਸ਼ੂ ਢਾਉਂਦੇ ਸੀ, ਪਰ ਉਹਨਾਂ ਨੂੰ ਉਹ ਖਜ਼ਾਨਾ ਅੰਦਰੋਂ ਮਿਲਿਆ ਜਿਹੜਾ ਅਮੋਲਕ ਖਜ਼ਾਨਾ, ਅਮੋਲਕ ਖਜ਼ਾਨਾ, ਅਮੋਲਕ ਹੀਰੇ ਮੋਤੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਉਹ ਨਾਮ ਰੂਪੀ ਰਤਨ ਉਹਨਾਂ ਨੂੰ ਮਿਲ ਗਿਆ। ਇਸ ਕਰਕੇ ਉਹ ਅੰਦਰੋਂ ਰੱਜ ਗਏ, ਅੰਦਰੋਂ ਇਹ ਸੰਤੋਖ ਪ੍ਰਾਪਤ ਹੋ ਗਿਆ, ਪੂਰੀ ਤ੍ਰਿਪਤੀ ਪ੍ਰਾਪਤ ਹੋ ਗਈ, ਮੁਕੰਮਲ ਰੱਜ ਪ੍ਰਾਪਤ ਹੋ ਗਿਆ। ਸਾਰੇ ਮਨੋਰਥ ਪੂਰੇ ਹੋ ਗਏ। ਮਹਾਰਾਜ ਕਹਿੰਦੇ ਫਿਰ ਸਾਰੇ ਮਨੋਰਥ ਪੂਰੇ ਹੋ ਜਾਣਗੇ ਜਿਸ ਵੇਲੇ ਗੁਰੂ ਕੀ ਪਵਿੱਤਰ ਬਾਣੀ ਸੁਣਾਂਗੇ, ਜਿਸ ਵੇਲੇ ਉਹ ਅੰਦਰ ਵੱਜਦਾ ਹੋਇਆ ਨਾਦ ਨਾਮ ਦੇ ਵਾਜੇ ਸੁਣਾਂਗੇ ਤੇ ਫਿਰ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਕਹੇ ਪਾਰ ਬ੍ਰਹਮ ਪ੍ਰਭ ਪਾਇਆ, ਜੋ ਪਾਪਾਂ ਪੁੰਨਾਂ ਤੋਂ ਪਾਰ ਹੈ, ਬ੍ਰਹਮ ਸਰਬ ਵਿਆਪਕ ਹੈ, ਉਹ ਹੈ ਪਾਰ ਬ੍ਰਹਮ ਜੋ ਸਰਬ ਵਿਆਪਕ ਹੈ, ਜਿਸ ਨੂੰ ਨਾ ਕੋਈ ਪਾਪ ਲੱਗਦਾ ਹੈ ਨਾ ਕੋਈ ਪੁੰਨ ਲੱਗਦਾ ਹੈ। ਪਾਪ ਪੁੰਨ ਕੋਈ ਨਹੀਂ ਲੱਗਦਾ।
ਪਰਮੇਸ਼ਰ ਨੂੰ ਕੋਈ ਵੀ ਪਾਪ ਪੁੰਨ ਨਹੀਂ ਲੱਗਦਾ। ਸਾਧ ਸੰਗਤ, ਸੰਸਾਰੀ ਜੀਵਾਂ ਨੂੰ ਲੱਗਦੇ, ਇਹਨੂੰ ਪਾਪ ਵੀ ਲੱਗਦਾ, ਪੁੰਨ ਵੀ ਲੱਗਦਾ। ਇਸ ਕਰਕੇ ਇਨਸਾਨ ਨੂੰ ਪਾਪ ਤੋਂ ਬਚ ਕੇ ਰਹਿਣਾ ਪੈਂਦਾ ਹੈ, ਪੁੰਨ ਕਰਮ ਕਰਨਾ ਪੈਂਦਾ ਹੈ। ਇਹ ਪਾਪ ਕਰਕੇ ਪਾਪੀ ਹੋ ਜਾਂਦਾ ਹੈ, ਪੁੰਨ ਕਰਕੇ ਪੁੰਨੀ ਹੋ ਜਾਂਦਾ ਹੈ। ਇਹ ਪਾਪੀ ਪੁੰਨੀ ਹੈ ਸੰਸਾਰ, ਪਰ ਪਰਮੇਸ਼ਰ ਨੂੰ ਨਾ ਆਪਾਂ ਪਾਪੀ ਕਹਿ ਸਕਦੇ ਹਾਂ, ਨਾ ਉਹਨੂੰ ਪੁੰਨੀ ਕਹਿ ਸਕਦੇ। ਉਹ ਪਾਪ ਕਰਦਾ ਨਹੀਂ, ਨਾ ਉਹਨੂੰ ਪਾਪ ਹੀ ਲੱਗਦਾ, ਨਾ ਪੁੰਨ ਹੀ ਲੱਗਦਾ। ਉਹ ਸਾਰਿਆਂ ਨੂੰ ਪੈਦਾ ਕਰ ਰਿਹਾ ਵਾ, ਉਹਦੀ ਮੌਜ ਵਾ, ਉਹਨੇ ਕਰ ਦਿੱਤਾ ਸਾਰਿਆਂ ਨੂੰ ਪੈਦਾ। ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕਰ ਦਿੱਤੀ, 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ, ਕਿੰਨੇ ਇਨਸਾਨ ਪੈਦਾ ਕਰ ਦਿੱਤੇ ਆ, ਕਿੰਨੇ ਖੰਡ ਬ੍ਰਹਿਮੰਡ ਪੈਦਾ ਕਰ ਦਿੱਤੇ। ਫਿਰ ਸਾਰਿਆਂ ਨੂੰ ਪੈਦਾ ਕਰਕੇ ਸਾਰਿਆਂ ਦੀ ਪਾਲਣਾ ਕਰਦਾ ਪਿਆ, ਕੱਲੇ ਕੱਲੇ ਦੀ ਪਾਲਣਾ ਪਿਆ ਕਰਦਾ। ਸਾਰਾ ਪ੍ਰਬੰਧ ਹੀ ਉਹਦੇ ਹੱਥਾਂ ਵਿੱਚ ਹੈ, ਤੇ ਉਹਨੂੰ ਪੁੰਨ ਕੋਈ ਨਹੀਂ ਲੱਗਿਆ। ਇਹ ਨਹੀਂ ਵੀ ਉਹਨੇ ਸਾਰੇ ਕਿੰਨਿਆਂ ਨੂੰ ਰੋਜੀ ਰੋਟੀ ਦਿੱਤੀ ਤੇ ਉਹ ਪੁੰਨੀ ਬਣ ਗਿਆ, ਉਹਨੂੰ ਕੋਈ ਪੁੰਨ ਨਹੀਂ ਲੱਗਦਾ। ਤੇ ਜਿੱਥੇ ਉਹ ਸਾਰਿਆਂ ਨੂੰ ਪੈਦਾ ਕਰਦਾ, ਸਾਰਿਆਂ ਦੀ ਪਾਲਣਾ ਕਰਦਾ, ਖਾਤਮਾ ਵੀ ਉਹੀ ਕਰਦਾ ਸਾਰਿਆਂ ਦਾ। ਉਹਦਾ ਜੀ ਕਰੇ ਤੇ ਇੱਕੇ ਵਾਰੀ ਸਾਰਿਆਂ ਦੀ ਪਰਲੋ ਕਰਕੇ ਸਾਰੀ ਸ੍ਰਿਸ਼ਟੀ ਸਮਾਪਤ ਕਰ ਦਿੰਦਾ। ਉਹਨੇ ਕਈ ਵਾਰੀ ਕੀਤੀ ਵੀ ਹੈ, ਕਈ ਵਾਰੀ ਸਮਾਪਤ ਕਰਤੀ ਸਾਰੀ ਸ੍ਰਿਸ਼ਟੀ, ਕਈ ਵਾਰੀ ਫੇਰ ਪੈਦਾ ਕਰ ਦਿੱਤੀ। ਉਹ ਵਾਰ-ਵਾਰ ਇਸ ਤਰ੍ਹਾਂ ਆਪਣੀ ਮੌਜ ਨਾਲ ਕਰ ਦਿੰਦਾ ਜਦੋਂ ਉਹਦਾ ਜੀ ਕਰਦਾ ਕਿ ਹੁਣ ਬੜਾ ਖਲਾਰਾ ਜਿਹਾ ਵੱਧ ਗਿਆ ਵਾ, ਇਸ ਸਮਾਪਤ ਕਰ ਦਈਏ ਹੁਣ, ਫਿਰ ਸਮਾਪਤ ਵੀ ਕਰ ਦਿੰਦਾ ਆਪਣੀ ਮੌਜ ਦੇ ਨਾਲ। ਉਹਦੀ ਮੌਜ ਹੈ, ਫੇਰ ਰਚਨਾ ਰਚ ਲੈਂਦਾ। ਤੇ ਜਦੋਂ ਸਾਰਿਆਂ ਨੂੰ ਮਾਰ ਦਿੰਦਾ ਵਾ, ਫਿਰ ਕੀ ਉਹ ਪਾਪੀ ਹੋ ਜਾਂਦਾ ਹੋਵੇਗਾ ਵੀ ਇੰਨੇ ਇਨਸਾਨਾਂ ਨੂੰ ਮਾਰਤਾ, ਇੰਨੇ ਜੀਵਾਂ ਜੰਤੂਆਂ ਨੂੰ ਮਾਰ ਦਿੱਤਾ? ਨਹੀਂ, ਉਹਨੂੰ ਪਾਪ ਵੀ ਨਹੀਂ ਲੱਗਦਾ, ਉਹ ਨਿਰਲੇ ਪਾਪਾਂ ਪੁੰਨਾਂ ਤੋਂ। ਇਸ ਕਰਕੇ ਉਹਨੂੰ ਪਾਰ ਬ੍ਰਹਮ ਆਖਿਆ। ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ। ਉਹ ਲਪਾਏਮਾਨ ਨਹੀਂ ਹੁੰਦਾ ਪਾਪਾਂ ਪੁੰਨਾਂ ਦੇ ਵਿੱਚ। ਉਹ ਜੋ ਮਰਜ਼ੀ ਕਰ ਲਵੇ, ਉਹ ਸਮਰੱਥ ਵਾ, ਜੋ ਕੁਝ ਮਰਜ਼ੀ ਕਰਨ ਦੀ ਉਹਦੀ ਸਮਰੱਥਾ ਵਾ, ਤੇ ਉਹ ਆਪਣੀ ਖੁਸ਼ੀ ਨਾਲ ਜੋ ਕੁਝ ਮਰਜ਼ੀ ਕਰ ਸਕਦਾ। ਭਾਵੇਂ ਕਿਸੇ ਨੂੰ ਜ਼ਿੰਦਗੀ ਦੇ ਦੇਵੇ, ਭਾਵੇਂ ਕਿਸੇ ਦੀ ਜ਼ਿੰਦਗੀ ਲੈ ਲਵੇ। ਤਾਂ ਐਸਾ ਜਿਹੜਾ ਪਾਰ ਬ੍ਰਹਮ ਹੈ ਨਾ, ਸਰਬ ਵਿਆਪਕ ਹੈ, ਜਿਹਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ, ਉਹਦੇ ਤੋਂ ਸਦਕੇ ਜਾਇਆ ਜਾ ਸਕਦਾ, ਬਲਿਹਾਰ ਜਾਇਆ ਜਾ ਸਕਦਾ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਐਸਾ ਜੋ ਪਾਰ ਬ੍ਰਹਮ ਹੈ, ਪ੍ਰਭ ਪ੍ਰਭਤਾ ਵਾਲਾ ਹੈ, ਮਹਾਰਾਜ ਕਹਿੰਦੇ ਪਾਇਆ। ਜਦੋਂ ਉਸ ਨੂੰ ਪ੍ਰਾਪਤ ਕਰ ਲਿਆ, ਉਸ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਤੇ ਉਹਨੇ ਕਿੱਥੋਂ ਪ੍ਰਾਪਤ ਹੋਣਾ ਹੈ? ਸ਼ਬਦ ਨਾਲ ਜੁੜ ਕਰਕੇ ਅੰਦਰੋਂ ਹੀ ਪ੍ਰਾਪਤ ਹੋਣਾ ਹੈ, ਅੰਦਰੋਂ ਪ੍ਰਾਪਤ ਹੋਣਾ। ਨਾਵੇਂ ਪਾਤਸ਼ਾਹ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਬਾਣੀ ਚ ਮਹਾਰਾਜ ਨੇ ਬਹੁਤ ਵਾਰੀ ਆਖਿਆ ਵੀ ਤੇਰੇ ਨਾਲ ਸਮਾਇਆ ਹੋਇਆ, ਤੇਰੇ ਨਾਲ ਸਮਾਇਆ ਹੋਇਆ, ਤੋਹੀ ਸੰਗ ਸਮਾਇਆ। ਮਹਾਰਾਜ ਕਿਵੇਂ ਸਮਾਇਆ ਹੋਇਆ ਮੇਰੇ ਨਾਲ? ਕਹਿੰਦੇ ਜਿਵੇਂ ਫੁੱਲਾਂ ਦੇ ਨਾਲ ਫੁੱਲਾਂ ਦੀ ਵਾਸ਼ਨਾ ਸਮਾਈ ਹੋਈ, ਜਿਵੇਂ ਸੀਸੇ ਦੇ ਵਿੱਚ ਆਪਣਾ ਪ੍ਰਤੀਬਿੰਬ ਦਿਸਦਾ, ਆਪਣਾ ਚਿਹਰਾ ਪਰਛਾਵਾਂ ਦਿਸਦਾ। ਪੋਹਪ ਮੱਧ ਜਿਉ ਬਾਸ ਬਸਤ ਹੈ, ਪੋਹਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜਹੁ ਭਾਈ। ਘਟ ਹੀ ਖੋਜੋ ਆਖਿਆ, ਹਿਰਦੇ ਵਿੱਚ ਹੀ ਖੋਜੋ। ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ। ਸ਼ਬਦ ਨਾਲ ਜੁੜ ਕਰਕੇ ਆਪਣੇ ਅੰਤਰਮੁਖੀ ਹੋਣਾ ਪਵੇ, ਉਹਨੇ ਅੰਦਰੋਂ ਹੀ ਪ੍ਰਾਪਤ ਹੋਣਾ, ਕਿਉਂਕਿ ਉਹ ਸਰਬ ਵਿਆਪਕ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਣਖ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜਿਹੜਾ ਸਰਬ ਵਿਆਪਕ ਹੈ, ਉਹਨੇ ਆਪਣੀ ਜੋਤ ਹਰੇਕ ਕੱਲੇ ਕੱਲੇ ਸਰੀਰ ਵਿੱਚ ਵੀ ਰੱਖੀ ਹੋਈ ਹੈ, ਤੇਰੇ ਅੰਦਰ ਵੀ ਹੈ। ਐਸਾ ਉਹ ਪਰਮੇਸ਼ਰ ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਇਹ ਗੁਰੂ ਸਾਹਿਬ ਨੇ ਗਿਆਨ ਦਿੱਤਾ ਹੈ ਕਿ ਬਾਹਰ ਵੀ ਉਹ ਵਸਦਾ ਹੈ ਤੇ ਤੇਰੇ ਭੀਤਰ ਵੀ ਉਹ ਵਸਦਾ ਹੈ, ਤੇਰੇ ਅੰਦਰ ਵੀ ਉਹੀ ਵਸਦਾ ਹੈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ।
ਮਹਾਰਾਜ ਕਹਿੰਦੇ ਜਿਸ ਵੇਲੇ ਉਸ ਪਾਰ ਬ੍ਰਹਮ ਪ੍ਰਭੂ ਨੂੰ ਪ੍ਰਾਪਤ ਕੀਤਾ, ਉਤਰੇ ਸਗਲ ਵਿਸੂਰੇ। ਫਿਰ ਉਤਰ ਗਏ ਸਾਰੇ ਵਿਸੂਰੇ, ਜਿਹੜੇ ਝੋਰੇ ਸੀ ਨਾ, ਅੰਦਰ ਝੁਰੀ ਜਾਂਦਾ ਸੀ, ਸੋਗ, ਚਿੰਤਾ, ਫਿਕਰ, ਉਹ ਵਿਸ਼ੇਸ਼ ਕਰਕੇ ਜਿਹੜੇ ਅੰਦਰ ਅਗਿਆਨ ਦੇ ਝੋਰੇ ਬਣੇ ਹੋਏ ਸੀ, ਉਹ ਸਾਰੇ ਝੋਰੇ ਜਿਹੜੇ ਸੀ, ਵਿਸੂਰੇ, ਝੂਰਨਾ, ਕਲੇਸ਼, ਉਹ ਸਾਰੇ ਹੀ ਉਤਰ ਗਏ। ਦੁਖ ਰੋਗ ਸੰਤਾਪ ਉਤਰੇ। ਦੁੱਖ ਵੀ ਜੰਮਣ ਮਰਨ ਦਾ ਉਤਰ ਗਿਆ, ਰੋਗ ਵੀ ਅਗਿਆਨ ਦਾ ਉਤਰ ਗਿਆ, ਸੰਤਾਪ, ਕਲੇਸ਼ ਆਦਿਕ ਸੰਗ ਭਲੀ ਪ੍ਰਕਾਰ ਜਿਹੜੇ ਤਪਾਉਣ ਵਾਲੇ ਸੀ, ਚਿੰਤਾ, ਫਿਕਰ, ਗਮ, ਇਹ ਕਲੇਸ਼ ਆਦਿਕ ਇਹ ਸਾਰੇ ਉਤਰ ਗਏ। ਸੁਣੀ ਸੱਚੀ ਬਾਣੀ। ਜਦੋਂ ਗੁਰੂ ਸਾਹਿਬ ਜੀ ਦੀ ਸੱਚੀ ਬਾਣੀ ਸੁਣੀ, ਧੁਰ ਕੀ ਬਾਣੀ ਸੁਣੀ, ਜਿਸ ਵੇਲੇ ਸੱਚੀ ਬਾਣੀ ਸੁਣੀ, ਫਿਰ ਦੁੱਖ, ਰੋਗ ਤੇ ਸੰਤਾਪ ਸਾਰੇ ਨਿਵਰਤ ਹੋ ਗਏ। ਸੰਤ ਸਾਜਨ ਭਏ ਸਰਸੇ। ਮਾਰੇ ਕਹਿੰਦੇ ਉਹ ਸੰਤ, ਉਹ ਸੱਜਣ ਭਏ ਹੋ ਗਏ ਸਰਸੇ, ਰਸ ਦੇ ਸਹਿਤ, ਉਹਨਾਂ ਨੂੰ ਰਸ ਪ੍ਰਾਪਤ ਹੋ ਗਿਆ। ਸਰਸੇ ਦਾ ਅਰਥ ਹੈ ਰਸ ਦੇ ਸਹਿਤ ਹੋ ਗਏ। ਵਾਹਿਗੁਰੂ ਜੀ ਦੇ ਨਾਮ ਦਾ, ਬਾਣੀ ਦਾ ਉਹਨਾਂ ਨੂੰ ਰਸ ਪ੍ਰਾਪਤ ਹੋਇਆ। ਉਹ ਸੰਤ ਸੱਜਣ ਰਸ ਦੇ ਸਹਿਤ ਹੋ ਗਏ, ਨਾਮ ਦੇ ਰਸ ਵਾਲੇ ਹੋ ਗਏ। ਜਦੋਂ ਸੱਚੀ ਬਾਣੀ ਨੂੰ ਸੁਣਿਆ, ਜਦੋਂ ਅਨਹਦ ਨਾਦ ਨੂੰ ਸੁਣਿਆ, ਤੇ ਉਹ ਰਸ ਦੇ ਨਾਲ ਭਰਪੂਰ ਹੋ ਗਏ। ਕਈਆਂ ਨੇ ਨਾ ਇਸ ਪੰਕਤੀ ਦਾ ਆਪਣੇ ਤਰੀਕੇ ਨਾਲ ਹੀ ਕੱਢਿਆ, ਆਪਣੇ ਮਗਰ ਲਾਉਣ ਵਾਸਤੇ ਦੰਭੀਆਂ ਪਖੰਡੀਆਂ ਨੇ। ਉਹਨਾਂ ਨੇ ਕਿਹਾ ਵੀ ਸੰਤ ਜਿਹੜੇ ਸੱਜਣ ਵਾ ਉਹ ਸਰਸੇ 'ਚ ਪੈਦਾ ਹੋਏ ਆ, ਸਰਸੇ 'ਚ। ਇਹ ਅੱਜ ਨਹੀਂ, ਇਹ ਪਿਛਲੇ ਸਮੇਂ ਦੇ ਵਿੱਚ ਵੀ, ਮਹਾਂਪੁਰਖਾਂ ਦੇ ਸਮੇਂ ਵੀ, ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਦੋਂ ਵੀ ਕਈਆਂ ਨੇ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਸੀ। ਆਪਣੇ ਮਤਲਬ ਨਾਲ ਪੰਕਤੀਆਂ ਗੁਰੂ ਕੀ ਬਾਣੀ ਦੀਆਂ ਕੱਢ ਕੇ ਆਪਣੇ ਮਗਰ ਦੁਨੀਆ ਨੂੰ ਲਾਉਣ ਵਾਸਤੇ ਤਰੀਕੇ ਵਰਤੇ ਸਨ। ਪੰਕਤੀ ਗੁਰੂ ਕੀ ਬਾਣੀ ਦੇ, ਅਰਥ ਆਪਣੀ ਮਰਜ਼ੀ ਦਾ। ਉਦੋਂ ਵੀ ਉਹ ਕਿਸੇ ਪਖੰਡੀ ਨੇ ਸਰਸੇ ਜਾ ਕੇ ਜ਼ਮੀਨ ਲਈ ਸੀ, ਤੇ ਉਹਨੇ ਲੋਕਾਂ ਨੂੰ ਆਪਣੇ ਮਗਰ ਲਾਉਂਦਾ ਸੀ। ਉਹ ਕਹਿੰਦਾ ਵੇਖੋ ਬਾਣੀ 'ਚ ਲਿਖਿਆ ਵਾ ਵੀ ਸੰਤ ਸਾਜਣ ਭਏ ਸਰਸੇ, ਇਸ ਕਰਕੇ ਸਰਸੇ ਮੇਰੀ ਜ਼ਮੀਨ ਆ, ਵੀ ਮੈਨੂੰ ਹੀ ਸਰਸੇ ਹੋਇਆ ਵੀ ਮੇਰੇ ਮਗਰ ਲੋਕ ਲੱਗਣ, ਸਰਸੇ ਵਾਲੇ ਨੇ। ਤੇ ਉਹ ਮਹਾਂਪੁਰਖਾਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਮੌਕੇ ਤੇ ਵੀ ਐਸਾ ਕੂੜ ਪ੍ਰਚਾਰ ਸਦਾ ਹੀ ਚੱਲਦਾ ਰਹਿੰਦਾ। ਦੋਵੇਂ ਲਹਿਰਾਂ, ਧਰਮ ਦੀ ਤੇ ਧਰਮ ਦੇ ਨਾਂ ਤੇ ਪਖੰਡ ਦੀ ਲਹਿਰ ਵੀ ਚੱਲਦੀ ਹੈ। ਉਦੋਂ ਵੀ ਆਖਿਆ, ਫਿਰ ਸੰਤਾਂ ਨੇ ਤਾਂ ਆਪਣੇ ਤਰੀਕੇ ਨਾਲ ਹੀ ਉੱਤਰ ਦਿੱਤਾ ਸੀ। ਸ੍ਰੀਮਾਨ ਸੰਤ ਭਿੰਡਰਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ, ਉਹ ਕਹਿੰਦੇ ਵੀ ਜੇ ਸਰਸੇ ਹੋਏ ਆ ਸੰਤ ਸਾਜਣ, ਕਹਿੰਦੇ ਬਾਣੀ 'ਚ ਸਰਸੀ ਵੀ ਆਇਆ ਵਾ। ਸਰਸੀ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ। ਫਿਰ ਸਰਸੀ ਕਹਿੰਦੇ ਵੀ ਉਹ ਕੌਣ ਹੋਈ ਆ। ਤੋ ਇਸ ਤਰੀਕੇ ਦੇ ਨਾਲ ਉਹ ਆਪਣੇ ਮਤਲਬ ਦੇ ਲੋਕ ਅਰਥ ਕੱਢ ਲੈਂਦੇ, ਪਰ ਇੱਥੇ ਸਰਸੇ ਦਾ ਅਰਥ ਹੈ ਰਸ ਦੇ ਸਹਿਤ ਹੋ ਗਏ। ਜੋ ਉੱਥੇ ਸਾਵਣ ਮਹੀਨੇ ਦੇ ਉਪਦੇਸ਼ ਵਿੱਚ ਵੀ ਪੰਜਵੇਂ ਪਾਤਸ਼ਾਹ ਨੇ ਆਖਿਆ, ਉੱਥੇ ਵੀ ਸਰਸੀ ਦਾ ਅਰਥ ਹੈ ਰਸ ਦੇ ਸਹਿਤ ਹੋ ਗਈ। ਜੀਵ ਰੂਪ ਕਾਮਣੀ ਇਸਤਰੀ ਜਿਹੜੀ ਹੈ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਜਿਹਦਾ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਪਿਆਰ ਹੈ। ਸੰਤ ਜਿਹੜੇ ਪ੍ਰਭੂ ਦੇ ਪਿਆਰੇ ਹਨ, ਸ਼ਾਂਤ ਆਤਮਾ, ਸ਼ਾਂਤ ਮਨ, ਸਿਮਰਨ ਕਰਨ ਵਾਲੇ, ਨਿਮਰਤਾ ਵਾਲੇ, ਤਿਆਗ ਵਾਲੇ ਸੱਜਣ ਜਿਹੜੇ ਹਨ, ਭਏ ਹੋ ਗਏ ਉਹ ਰਸ ਦੇ ਸਹਿਤ। ਪੂਰੇ ਗੁਰ ਤੇ ਜਾਣੀ। ਪਰ ਇਹ ਅਵਸਥਾ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਉਹਨਾਂ ਗੁਰਮੁਖਾਂ ਨੇ ਜਾਣੀ ਹੈ, ਸੰਤਾਂ ਸੱਜਣਾ ਨੇ ਜਾਣੀ ਹੈ। ਇਹ ਗੁਰੂ ਸਾਹਿਬ ਜੀ ਦਾ ਜੋ ਪਵਿੱਤਰ ਉਪਦੇਸ਼ ਹੈ, ਇਹ ਸੱਚੀ ਬਾਣੀ, ਇਹ ਅਨਹਦ ਨਾਦ ਜਿਹੜੇ ਹਿਰਦੇ ਅੰਦਰ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸ਼ਬਦ ਦੇ ਵਾਜੇ ਗੂੰਜਦੇ ਹਨ, ਵੱਜਦੇ ਹਨ। ਇਸ ਅਵਸਥਾ ਨੂੰ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਉਹਨਾਂ ਨੇ ਜਾਣਿਆ। ਅਧੂਰੇ ਲੋਕ ਪੂਰੇ ਗੁਰੂ ਸਾਹਿਬ ਦੀ ਰੀਸ ਕਰ ਸਕਦੇ ਆ, ਸਿਰਫ ਬਾਹਰਲੀ। ਹੁਣ ਗੁਰੂ ਕੀ ਪੂਰੇ ਗੁਰੂ ਦੀ ਅਵਸਥਾ ਤੇ ਤਾਂ ਨਹੀਂ ਉਹ ਪਹੁੰਚ ਸਕਦੇ।
ਅਧੂਰੇ ਲੋਕ ਬਾਹਰੀ ਰੀਸ ਤਾਂ ਗੁਰੂ ਸਾਹਿਬ ਦੀ ਕਰ ਸਕਦੇ, ਆਪਦੇ ਉੱਤੇ ਚੌਰ ਵੀ ਕਰਵਾ ਸਕਦੇ, ਉੱਚਾ ਤਖਤ ਲਾ ਕੇ ਵੀ ਬਹਿ ਜਾਣਗੇ, ਚੇਲੇ ਚਾਟੜਿਆਂ ਨੂੰ ਪ੍ਰੇਰ ਕੇ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਆਪ ਨੂੰ ਮੱਥਾ ਵੀ ਟਿਕਾ ਲੈਣਗੇ, ਪਰ ਪੂਰੇ ਗੁਰੂ ਸਾਹਿਬ ਵਾਲੀ ਅਵਸਥਾ ਤਾਂ ਨਹੀਂ ਪ੍ਰਾਪਤ ਹੋ ਸਕਦੀ। ਪੂਰੇ ਗੁਰੂ ਸਾਹਿਬ ਜੀ ਹੀ ਇਹ ਕਿਰਪਾ ਕਰਕੇ ਇਹ ਅਵਸਥਾ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਬਖਸ਼ਿਸ਼ ਕਰਦੇ ਆ। ਅਧੂਰੇ ਰੀਸ ਕਰ ਸਕਦੇ ਆ। ਮਹਾਰਾਜ ਨੇ ਬਾਣੀ ਚ ਆਖਿਆ ਇਹ ਬਚਨ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਸੱਚੇ ਗੁਰੂ ਦੀ ਰੀਸ ਕਰਦੇ ਆ ਤੇ ਸੱਚੇ ਗੁਰੂ ਵਾਂਗੂ ਉਹ ਬੋਲ ਕੱਚੇ ਪਿੱਲੇ ਬੋਲਦੇ ਆ, ਰੀਸ ਕਰਦੇ ਆ ਵੀ ਪੂਰੇ ਗੁਰੂ ਤੇ ਚੌਰ ਝੁਲਦਾ, ਚੱਲ ਆਪਾਂ ਵੀ ਚੌਰ ਝੁਲਾ ਲਈਏ, ਵੀ ਆਪਾਂ ਵੀ ਗੁਰੂ ਬਣ ਜਾਵਾਂਗੇ। ਪੂਰੇ ਗੁਰੂ ਦੀ ਗੱਦੀ ਹੈ, ਤਖਤ ਹੈ, ਚਲੋ ਆਪਾਂ ਵੀ ਉੱਚਾ ਜਿਹਾ ਸਿੰਘਾਸਨ ਲਾ ਲੈਂਦੇ। ਪੂਰੇ ਗੁਰੂ ਨੇ ਅੰਮ੍ਰਿਤ ਛਕਾਇਆ ਹੈ ਖੰਡੇ ਬਾਟੇ ਦਾ, ਆਪਾਂ ਵੀ ਕੋਈ ਘੋਲ ਕੇ ਰੰਗ ਜਿਹਾ ਪਿਆ ਦਿੰਨੇ ਲੋਕਾਂ ਨੂੰ ਤੇ ਕਵਾਂਗੇ ਆਪਾਂ ਵੀ ਅੰਮ੍ਰਿਤ ਛਕਾਇਆ। ਪਰ ਕਿੱਥੋਂ ਮੁਕਤੀ ਦੇ ਸਕਦੇ ਆ, ਕਿਵੇਂ ਬੰਧਨ ਕੱਟ ਸਕਦੇ ਆ, ਕਿਵੇਂ ਗਿਆਨ ਬਖਸ਼ ਸਕਦੇ ਆ। ਇਸ ਕਰਕੇ ਮਹਾਰਾਜ ਨੇ ਬਾਣੀ ਜਦੋਂ ਆਪਾਂ ਪੜ੍ਹਦੇ ਆ ਨਾ ਤੇ ਵਾਰ-ਵਾਰ ਪੂਰੇ ਗੁਰੂ ਦਾ ਜ਼ਿਕਰ ਕੀਤਾ ਵੀ ਕਿਤੇ ਐਵੇਂ ਅਧੂਰਿਆਂ ਦੇ ਮਗਰੀ ਨਾ ਲੱਗ ਜਾਇਓ, ਕੱਚਿਆਂ ਦੇ ਮਗਰੀ ਨਾ ਲੱਗ ਜਾਇਓ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਦੇ ਕੋਲੋਂ ਤੈਨੂੰ ਮੁਕਤੀ ਨਹੀਂ ਮਿਲਣੀ। ਕਿੰਨੀ ਵਾਰੀ ਪੂਰਾ ਗੁਰੂ ਇਹ ਸ਼ਬਦ ਵਰਤਿਆ ਬਾਣੀ ਦੇ ਅੰਦਰ। ਮਹਾਰਾਜ ਕਹਿੰਦੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਈ। ਪੂਰੇ ਗੁਰੂ ਦਾ ਕੀਤਾ ਹੋਇਆ ਸਭ ਕੁਝ ਪੂਰਾ ਵਾ, ਅਧੂਰੇ ਨਹੀਂ ਕਰ ਸਕਦੇ ਕੁਝ ਵੀ। ਅਧੂਰੇ ਨੇ ਤੇ ਆਪ ਨਹੀਂ ਮੁਕਤ ਹੋਣਾ ਤੇ ਉਹ ਦੂਜਿਆਂ ਨੂੰ ਕਿਵੇਂ ਕਰੇਗਾ। ਪੂਰਾ ਗੁਰੂ ਹੀ ਦੂਸਰਿਆਂ ਨੂੰ ਮੁਕਤ ਕਰ ਸਕਦੇ। ਤਾਂ ਹੀ ਆਖਿਆ ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਵਾ ਤੇ ਸਾਨੂੰ ਤਾਰਨ ਵਾਲੇ ਆ ਪੂਰੇ ਗੁਰੂ ਸਾਹਿਬ। ਗੁਰਮੁਖਾਂ ਨੇ, ਸੰਤਾਂ ਨੇ, ਸੱਜਣਾ ਨੇ ਇਹ ਰਸ ਜਿਹੜਾ ਇਹ ਖੇੜਾ ਹੈ, ਇਹ ਵਿਗਾਸ ਹੈ, ਇਹ ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਜਾਣਿਆ। ਸੰਤ ਸਾਜਣ ਭਏ ਸਰਸੇ, ਉਹ ਰਸ ਦੇ ਸਹਿਤ ਹੋ ਗਏ, ਖਿੜ ਗਏ। ਕਈਆਂ ਗੁਰਮੁਖਾਂ ਦਾ ਇਹ ਵੀ ਵਿਚਾਰ ਹੈ ਵੀ ਜਿਹੜਾ ਸਰਸੇ ਪਾਦਾ ਹੈ ਨਾ, ਇਹ ਰਸ ਦੇ ਸਹਿਤ, ਇਹਦਾ ਅਰਥ ਤਾਂ ਇਹ ਹੈ ਵੀ ਰਸ ਦੇ ਸਹਿਤ ਹੋ ਗਏ, ਉਹਨਾਂ ਨੂੰ ਰਸ ਮਿਲ ਗਿਆ। ਕਹਿੰਦੇ ਵੀ ਇਹ ਸਰਸੋਂ ਤੋਂ ਇਹਦਾ ਭਾਵ ਹੈ, ਸਰੋਂ ਤੋਂ। ਜਿਵੇਂ ਆਹ ਜਿਹੜਾ ਹੁਣ ਮਹੀਨਾ ਚੱਲ ਰਿਹਾ ਹੈ ਤੇ ਸਰੋਂ ਦੇ ਫੁੱਲ ਕਿੰਨੇ ਖਿੜੇ ਹੋਏ ਆ, ਕਿਵੇਂ ਖਿੜੇ ਹੋਏ ਆ। ਜਿਵੇਂ ਸਰੋਂ ਦੇ ਫੁੱਲ ਖਿੜ ਜਾਂਦੇ ਆ ਨਾ ਇਹ ਪੂਰੇ, ਅੱਜ ਜਿੱਥੇ ਜਿੰਨੀ ਸਰੋਂ ਲੱਗੀ ਆ, ਕਿੱਲਿਆਂ ਦੇ ਕਿੱਲੇ ਕਈਆਂ ਥਾਵਾਂ ਤੇ, ਉੱਥੋਂ ਦੀ ਲੰਘੋ ਸੜਕ ਦੇ ਕੋਲੋਂ ਦੀ ਤੇ ਐ ਫੁੱਲ ਹੀ ਖਿੜੇ ਹੋਏ ਆ, ਚੱਲ ਕੇ ਪੀਲੇ ਪੀਲੇ ਫੁੱਲ ਖਿੜੇ ਹੋਏ, ਖੇੜੇ ਦੇ ਸਹਿਤ ਹੋ ਗਏ। ਜਿਵੇਂ ਸਰੋਂ ਖਿੜਦੀ ਆ ਨਾ, ਇਸ ਤਰ੍ਹਾਂ ਉਹ ਖਿੜ ਗਏ ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋਈ, ਜਿਨ੍ਹਾਂ ਨੇ ਸੱਚੀ ਬਾਣੀ ਸੁਣੀ। ਉਹਨਾਂ ਦਾ ਜੀਵਨ ਇਸ ਤਰ੍ਹਾਂ ਖੇੜੇ ਵਾਲਾ ਹੋ ਗਿਆ। ਨਾਨਕ ਭਗਤਾ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦੀ ਸਮਾਪਤੀ ਹੋ ਗਈ, ਨਾਸ ਹੋ ਗਿਆ ਦੁੱਖਾਂ ਪਾਪਾਂ ਦਾ, ਤੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਖਿੜ ਗਿਆ ਜਿਵੇਂ ਸਰੋਂ ਖਿੜੀ ਹੋਈ ਹੈ ਖੇਤਾਂ ਦੇ ਵਿੱਚ। ਰਸ ਦੇ ਸਹਿਤ ਹੋ ਗਏ, ਖੇੜੇ ਦੇ ਸਹਿਤ ਹੋ ਗਏ। ਪਰ ਸਰੋਂ ਖਿੜੀ ਕਿਉਂ ਆਪਣਾ? ਜਿੱਥੇ ਉਹਨੂੰ ਲਾਇਆ ਗਿਆ, ਬੀਜਿਆ ਗਿਆ, ਉਥੋਂ ਇੱਕੇ ਥਾਂ ਤੇ ਹੀ ਹੋ ਰਹੀ। ਦੋਹਾਂ ਤਰੀਕਿਆਂ ਦੇ ਨਾਲ ਸਰੋਂ ਲਾਈ ਜਾਂਦੀ ਹੈ। ਇੱਕ ਤਾਂ ਉਹ ਛੱਟਾ ਦੇ ਕੇ ਬੀਜਦਾ ਖੇਤ ਦੇ ਵਿੱਚ, ਤੇ ਇੱਕ ਵਾ ਵੀ ਉਹ ਪੁੱਟ ਕੇ ਬਾਅਦ ਵਿੱਚ ਜਦੋਂ ਛੋਟੇ ਹੁੰਦੇ ਆ, ਛੋਟੇ ਬੂਟੇ ਹੁੰਦੇ ਸਰੋਂ ਦੇ, ਤੇ ਪੁੱਟ ਕੇ ਵੀ ਵੱਟਾਂ ਤੇ ਲਾ ਦਿੱਤੀ ਜਾਂਦੀ ਹੈ। ਫਿਰ ਇੱਕ ਵਾਰੀ ਜਿੱਥੇ ਲਾ ਦਿੱਤੀ ਆ ਉੱਥੇ ਉਹ ਰਵੇਗੀ, ਤੇ ਫਿਰ ਹੀ ਉਹ 4-5 ਮਹੀਨਿਆਂ ਦੇ ਬਾਅਦ ਖਿੜਦੀ ਹੈ। ਜਦੋਂ ਤੋਂ ਬੀਜੀ ਤੇ ਹੁਣ ਜਾ ਕਰਕੇ ਆ ਫੱਗਣ ਦਾ ਮਹੀਨਾ ਸਮਾਪਤ ਹੋਣਾ, ਤੇ ਫੱਗਣ ਦੇ ਵਿੱਚ ਉਹ ਖੇੜੇ ਦੇ ਸਹਿਤ ਹੋਈ ਹੈ। ਹੁਣ ਫੁੱਲ ਲੱਗੇ ਆ, ਫਿਰ ਉਹਦੇ ਵਿੱਚੋਂ ਫਲ ਨਿਕਲ ਆਉਣੇ। ਐ ਖਿੜ ਗਈ, ਇੱਕ ਥਾਂ ਤੇ ਲੱਗੀ ਰਹੀ, ਇੱਕੇ ਥਾਂ ਦੇ ਉੱਤੇ, ਫਿਰ ਉਹ ਵਧੀ ਫੁੱਲੀ, ਤੇ ਫਿਰ ਉਹ ਖੇੜੇ ਦੇ ਸਹਿਤ ਹੋਈ। ਤੇ ਜੇ ਉਹਨੂੰ ਪੁੱਟ ਕੇ ਕਦੀ ਕਿਤੇ ਲਾਤਾ, ਕਦੀ ਫਿਰ ਉੱਥੋਂ ਚੁੱਕ ਕੇ ਦੂਜੀ ਥਾਂ ਤੇ ਲਾਤਾ, ਜੇ 4-5 ਵਾਰੀ ਉਹਨੂੰ ਤਬਦੀਲ ਕੀਤਾ ਜਾਵੇ ਪੁੱਟ ਕੇ, ਫਿਰ ਉਹ ਖਿੜੇਗੀ, ਫਿਰ ਤਾਂ ਕੁਮਲਾ ਜਾਵੇਗੀ, ਫਿਰ ਤਾਂ ਸੁੱਕ ਜਾਵੇਗੀ।
ਇਸ ਕਰਕੇ ਇੱਕ ਥਾਂ ਤੇ ਨਿਸ਼ਚਾ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਲੱਗਾ ਰਵੇ ਤੇ ਫੇਰ ਇਹ ਖਿੜੇਗਾ। ਜਿਸ ਨੂੰ ਮਹਾਰਾਜ ਨੇ ਆਖਿਆ ਧਰ ਜੀ ਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਇੱਕੇ ਥਾਂ ਤੇ ਜੜ ਲੱਗੀ ਰਵੇ। ਇਹ ਨਹੀਂ ਵੀ ਇੱਥੋਂ ਜੜ ਪੁੱਟ ਕੇ ਉੱਥੇ ਲਾ ਦਿੱਤੀ, ਉੱਥੋਂ ਪੁੱਟ ਕੇ ਤੀਜੇ ਥਾਂ ਤੇ ਲਾ ਦਿੱਤੀ, ਚੌਥੇ ਥਾਂ ਤੇ ਨਹੀਂ। ਸਗਲ ਦੁਆਰ ਕਉ ਛਾਟ ਗਏ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤਾਂ ਮਹਾਰਾਜ ਸਾਹਿਬ ਕਹਿੰਦੇ ਇਹ ਅਵਸਥਾ ਗੁਰਮੁਖਾਂ ਨੇ ਪੂਰੇ ਗੁਰ ਤੇ ਜਾਣੀ, ਪੂਰੇ ਗੁਰੂ ਸਾਹਿਬ ਜੀ ਦੇ ਪਾਸੋਂ ਜਾਣੀ ਹੈ। ਸੁਣ ਤੇ ਪੁਨੀਤ ਕਹਤੇ ਪਵਿੱਤ। ਜਿਨ੍ਹਾਂ ਨੇ ਸੁਣਿਆ ਗੁਰੂ ਕੀ ਬਾਣੀ ਨੂੰ, ਜਿਨ੍ਹਾਂ ਨੇ ਸੁਣਿਆ ਗੁਰੂ ਕੇ ਨਾਮ ਨੂੰ, ਉਹ ਸੁਣਨ ਵਾਲੇ ਪੁਨੀਤ ਹੋ ਗਏ, ਕਹਿਣ ਵਾਲੇ ਪਵਿੱਤਰ ਹੋ ਗਏ। ਪੁਨੀਤ ਨਾਮ ਵੀ ਪਵਿੱਤਰਦਾ ਹੀ ਹੈ ਤੇ ਪਵਿੱਤਰ ਨਾਮ, ਪਵਿੱਤ ਨਾਮ ਵੀ ਪਵਿੱਤਰਦਾ ਹੀ ਹੈ। ਪਰ ਪੁਨੀਤ ਤੇ ਪਵਿੱਤ ਦੇ ਵਿੱਚ ਇੰਨਾ ਕੁ ਫਰਕ ਹੈ। ਪੁਨੀਤ ਨਾਮ ਹੈ ਬਹੁਤੇ ਪਵਿੱਤਰਤਾ, ਜਿਸ ਨੂੰ ਮਹਾਰਾਜ ਨੇ ਸੁਖਮਨੀ ਸਾਹਿਬ 'ਚ ਵਿਆਖਿਆ ਕੀਤੀ ਹੈ। 3 ਵਾਰੀ ਪਵਿੱਤਰ ਕਹੀਏ ਤੇ ਇੱਕ ਪੁਨੀਤ ਬਣਦਾ ਹੈ। ਭਾਵ ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਗਏ ਜਿਨ੍ਹਾਂ ਨੇ ਨਾਮ ਨੂੰ ਸੁਣਿਆ, ਜਿਨ੍ਹਾਂ ਨੇ ਬਾਣੀ ਨੂੰ ਸੁਣਿਆ। ਸੁਣਦੇ ਪੁਨੀਤ, ਸੁਣਨ ਵਾਲੇ ਪੁਨੀਤ ਹੋ ਗਏ। ਸਰੋਤੇ ਬਹੁਤੇ ਪਵਿੱਤਰ ਹੋ ਗਏ, ਮਨ ਬਾਣੀ ਸਰੀਰ ਕਰਕੇ ਪਵਿੱਤਰ ਹੋ ਗਏ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤੇ ਜਿਨ੍ਹਾਂ ਨੇ ਨਾਮ ਨੂੰ ਉਚਾਰਨ ਕੀਤਾ, ਨਾਮ ਨੂੰ ਆਖਿਆ, ਉਹ ਕਹਿਣ ਵਾਲੇ ਵੀ ਪਵਿੱਤਰ ਹੋ ਗਏ। ਸਤਿਗੁਰ ਰਹਿਆ ਭਰ ਪੂਰੇ। ਕਿਉਂਕਿ ਸਤਿਗੁਰੂ ਜੀ ਆਪਣੇ ਨਾਮ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਭਰਪੂਰ ਹੋ ਰਹੇ ਹਨ, ਵਿਆਪਕ ਹੋ ਰਹੇ ਹਨ। ਨਾਮ ਦੇ ਵਿੱਚ ਸਤਿਗੁਰਾਂ ਦਾ ਵਾਸਾ ਹੈ ਭਰਪੂਰ, ਲਬਾ ਲਬ ਸਮਾਏ ਹੋਏ ਆ। ਆਪਣੀ ਬਾਣੀ ਦੇ ਵਿੱਚ ਸਤਿਗੁਰੂ ਜੀ ਆਪ ਭਰਪੂਰ ਹੋ ਰਹੇ ਆ, ਸਮਾਏ ਹੋਏ ਆ। ਗੁਰੂ ਵੱਖਰਾ ਨਹੀਂ ਤੇ ਬਾਣੀ ਵੱਖਰੀ ਨਹੀਂ ਹੈ। ਸਾਧ ਸੰਗਤ ਜੀ, ਬਾਣੀ ਦੇ ਵਿੱਚ ਗੁਰੂ ਸਾਹਿਬ ਦਾ ਆਪਣਾ ਵਾਸਾ ਹੈ। ਇਹ 10ਵੇਂ ਪਾਤਸ਼ਾਹ ਜੀ ਨੇ ਬਚਨ ਨਹੀਂ ਕਹੇ ਕਿ ਖਾਲਸਾ ਜੀ ਅਸੀਂ ਆਪਣੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਭੇਦ ਕਰਨ ਲੱਗੇ ਹਾਂ, ਆਪਣੀ ਜੁਗਤ ਖਾਲਸੇ ਪੰਥ ਵਿੱਚ ਰੱਖਣ ਲੱਗੇ ਹਾਂ। ਇਹ ਪਹਿਲੇ ਸਰੂਪ ਤੋਂ ਲੈ ਕਰਕੇ ਬਚਨ ਕੀਤੇ ਮਹਾਰਾਜ ਸਾਹਿਬ ਜੀ ਨੇ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਥੇ ਮਹਾਰਾਜ ਸਾਹਿਬ ਜੀ ਨੇ ਆਖਿਆ ਸ਼ਬਦ ਵਿੱਚ ਸਾਡਾ ਆਪਣਾ ਵਾਸਾ ਹੈ। ਸ਼ਬਦ ਵਿੱਚ ਗੁਰੂ ਸਾਹਿਬ ਸਮਾਏ ਹੋਏ ਆ। ਸਤਿਗੁਰ ਰਹਿਆ ਭਰ ਪੂਰੇ। ਸਤਿਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ, ਆਪਣੇ ਸ਼ਬਦ ਵਿੱਚ ਮਿਲੇ ਹੋਏ ਹਨ। ਇਸ ਕਰਕੇ ਜਿੱਥੇ ਸ਼ਬਦ ਪੜ੍ਹਿਆ ਜਾਂਦਾ ਹੈ ਉੱਥੇ ਸਤਿਗੁਰੂ ਆਪ ਹਾਜ਼ਰ ਨਾਜ਼ਰ ਹਨ। ਜਿੱਥੇ ਸ਼ਬਦ ਸੁਣਿਆ ਜਾਂਦਾ ਹੈ, ਨਾਮ ਬਾਣੀ ਸੁਣੀ ਜਾਂਦੀ ਹੈ, ਉੱਥੇ ਸਤਿਗੁਰੂ ਜੀ ਆਪ ਵਿੱਚ ਵਿਆਪਕ ਹਨ। ਇਸੇ ਕਰਕੇ ਆਖਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤਾਂ ਹੀ ਆਖਿਆ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇ ਦੂਸਰਾ ਭਾਵ ਹੈ ਸੁਣ ਤੇ ਪੁਨੀਤ। ਸੁਣਨ ਵਾਲੇ ਜਿਹੜੇ ਉਹ ਵੀ ਪਵਿੱਤਰ ਹੋ ਗਏ, ਬਹੁਤੇ ਪਵਿੱਤਰ ਹੋ ਗਏ, ਕਿਉਂਕਿ ਸੁਣਨ ਵਾਲਿਆਂ ਵਿੱਚ ਵੀ ਸਤਿਗੁਰੂ ਜੀ ਵਿਆਪਕ ਹੋ ਰਹੇ ਹਨ। ਤੇ ਕਹਿਣ ਵਾਲੇ ਵੀ ਪਵਿੱਤਰ ਹੋ ਗਏ ਜਿਨ੍ਹਾਂ ਨੇ ਨਾਮ ਨੂੰ, ਬਾਣੀ ਨੂੰ ਉਚਾਰਨ ਕੀਤਾ ਹੈ। ਕਿਉਂਕਿ ਜਿਹੜਾ ਕਹਿਣ ਵਾਲਾ ਹੈ ਉਹਦੀ ਰਸਨਾ ਤੇ ਵੀ ਸਤਿਗੁਰੂ ਜੀ ਦਾ ਸ਼ਬਦ ਹੀ ਵਿਆਪਕ ਹੈ। ਜਿਹੜਾ ਸੁਣਨ ਵਾਲਾ ਹੈ ਉਹ ਵੀ ਸਤਿਗੁਰੂ ਸਾਹਿਬ ਜੀ ਦੀ ਬਾਣੀ ਸੁਣ ਰਿਹਾ ਹੈ। ਇਸ ਕਰਕੇ ਸਤਿਗੁਰੂ ਭਰਪੂਰ ਹੋ ਰਹੇ ਹਨ। ਕਹਿਣ ਤੇ ਸੁਣਨ ਵਾਲਿਆਂ ਵਿੱਚ ਦੋਵੇਂ ਹੀ ਪਵਿੱਤਰ ਹੋ ਗਏ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਆਨੰਦ ਸਾਹਿਬ ਦੀ ਸਮਾਪਤੀ ਕਰਦਿਆਂ ਹੋਇਆਂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਆ, ਬਿਨਵੰਤ ਨਾਮ ਹੈ ਬੇਨਤੀ ਦਾ। ਮਹਾਰਾਜ ਕਹਿੰਦੇ ਬੇਨਤੀ ਪੂਰਵਕ ਕਹਿੰਦੇ ਹਾਂ। ਗੁਰ ਚਰਨ ਲਾਗੇ, ਇੱਥੇ ਚਰਨ ਪਾਠ ਨਾਣੇ ਨਾਲ ਹੈ। ਸਾਧ ਸੰਗਤ ਜੀ, ਜਿਹੜੇ ਜੀਵ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਲੱਗ ਗਏ, ਚਰਨਾਂ ਦੇ ਨਾਲ ਜੁੜ ਗਏ, ਵਾਜੇ ਅਨਹਦ ਤੂਰੇ। ਉਹਨਾਂ ਗੁਰਮੁਖਾਂ ਦੇ ਅੰਦਰ ਅਨਹਦ
ਹੱਦ ਤੋਂ ਰਹਿਤ ਇੱਕ ਰਸ ਤੂਰੇ ਵਾਜੇ ਵੱਜੇ। ਸ਼ਬਦ ਦੇ ਵਾਜੇ ਉਹਨਾਂ ਦੇ ਅੰਦਰ ਵੱਜੇ, ਨਾਮ ਦੇ ਵਾਜੇ ਉਹਨਾਂ ਦੇ ਅੰਦਰ ਇੱਕ ਰਸ ਵੱਜੇ, ਉਹਨਾਂ ਨੂੰ ਸੁਣਾਈ ਦਿੱਤੇ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜ ਗਏ, ਚਰਨਾਂ ਨਾਲ ਲੱਗ ਗਏ। ਗੁਰੂ ਕੇ ਚਰਨ ਕੀ ਹਨ? ਚਿੱਤ ਚਰਨ ਨਾਮ, ਗੁਰੂ का नाम ही गुरु के चरण। गुरु के चरण केड़े ਹਨ? गुरु का शब्द, गुरु की बाणी। ਜਦੋਂ गुरु का शरीर है, ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਖਿਆ ਖਾਲਸਾ ਜੀ ਹੁਣ ਅੱਗੇ ਤੋਂ ਤੁਹਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਆਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਜਦੋਂ ਸਰੀਰ ਗੁਰੂ का ਸ਼ਬਦ ਹੈ ਫਿਰ ਚਰਨ ਵੀ ਗੁਰੂ ਕੇ ਸ਼ਬਦ ਹੀ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਕੇ ਸ਼ਬਦ ਰੂਪੀ ਚਰਨਾਂ ਨਾਲ ਜਿਹੜੇ ਲੱਗ ਗਏ। ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੇ ਆਪਣੇ ਰਾਜ ਦੇ ਮੌਕੇ ਦੇ ਉੱਤੇ ਇੱਕ ਢੰਡੋਰਾ ਪਿਟਵਾਇਆ ਸਾਰੇ ਪਾਸੇ ਕਿ ਜਿਸ ਕਿਸੇ ਮਨੁੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹੋਣ ਤਾਂ ਮੈਨੂੰ ਦੱਸਿਆ ਜਾਵੇ। ਤਾਂ ਇੱਕ ਬਜ਼ੁਰਗ ਮਿਲਿਆ ਜਿਸ ਦਾ ਸੰਬੰਧ ਵਿੱਚ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਨ ਦੱਸਿਆ, ਕਥਾ ਦੇ ਵਿੱਚ ਸੁਣਾਇਆ ਕਿ 200 ਸਾਲ ਦਾ ਬਜ਼ੁਰਗ ਮਿਲਿਆ, 200 ਸਾਲ ਦਾ। ਉਹਨੇ ਆਖਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਆ। ਤੇ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ ਤੇ ਆਪਣੇ ਸਿੰਘਾਸਣ ਤੇ ਬਿਠਾਇਆ ਉੱਚੀ ਥਾਂ ਤੇ। ਆਪ ਬੇਨਤੀ ਕੀਤੀ ਨੀਵੇਂ ਥਾਂ ਤੇ ਖਲੋ ਕੇ। ਆਖਿਆ ਬਜ਼ੁਰਗੋ ਤੁਸੀਂ ਧੰਨ ਹੋ, ਤੁਸੀਂ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਕੋਈ ਬਚਨ ਸੁਣਾਓ ਮੇਰੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਫਿਰ ਉਹ ਬਜ਼ੁਰਗ ਨੇ ਸੁਣਾਇਆ, ਆਖਿਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸੀ, ਉਹਨਾਂ ਦਾ ਕਮਰ ਕੱਸਾ ਲੱਗਾ ਰਹਿੰਦਾ ਸੀ, ਐ ਸ਼ਸਤਰ ਧਾਰੀ ਰਹਿੰਦੇ ਸਨ। ਤੇ ਮਹਾਰਾਜ ਜਿਸ ਵੇਲੇ ਦ੍ਰਿਸ਼ਟੀ ਪਾਉਂਦੇ ਸੀ ਤੇ ਸਾਰੀ ਸੰਗਤ ਨੂੰ ਨਿਹਾਲ ਕਰੀ ਜਾਂਦੇ ਸਨ। ਮੈਂ ਉਹਨਾਂ ਦੇ ਇਸ ਤਰ੍ਹਾਂ ਸਿੰਘਾਸਣ ਤੇ ਬੈਠੇ ਹੋਇਆ ਕਈ ਵਾਰੀ ਦਰਸ਼ਨ ਕੀਤੇ। ਪਰ ਇੱਕ ਦਿਨ ਦੀ ਗੱਲ ਦੱਸਦਾ ਹਾਂ, ਇੱਕ ਦਿਨ ਮੈਨੂੰ ਮਹਾਰਾਜ ਦੇ ਚਰਨਾਂ ਦੇ ਪਾਸ ਜਾਣ ਦਾ ਸੁਭਾਗ ਮਿਲਿਆ ਤੇ ਮੈਂ ਨਮਸਕਾਰ ਕਰਦਿਆਂ ਹੋਇਆ, ਉਂਝ ਸਿੰਘ ਨੇੜੇ ਨਹੀਂ ਸੀ ਜਾਣ ਦਿੰਦੇ, ਮਹਾਰਾਜ ਨੂੰ ਫਤਿਹ ਬੁਲਾਉਂਦੇ ਸੀ ਗੱਜ ਕੇ ਸਾਰੇ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਸ ਤਰ੍ਹਾਂ ਫਤਿਹ ਬੁਲਾਈ ਜਾਂਦੀ ਸੀ। ਮੈਨੂੰ ਨੇੜੇ ਹੋਣ ਦਾ ਸੁਭਾਗ ਮਿਲਿਆ ਤੇ ਮੈਂ ਮਹਾਰਾਜ ਦੇ ਚਰਨਾਂ ਨੂੰ ਛੂਹਿਆ, ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਜਦੋਂ ਮੈਂ ਚਰਨਾਂ ਨੂੰ ਸਪਰਸ਼ ਕੀਤਾ ਤੇ ਮੇਰੇ ਸਾਰੇ ਸਰੀਰ ਦੇ ਵਿੱਚ ਵਾਹਿਗੁਰੂ ਨਾਮ ਦੀ ਧੁਨੀ ਛਿੜੀ। ਮੇਰੇ ਅੰਦਰ ਝਰਨਾਹਟ ਫਿਰ ਗਈ, ਇੱਕ ਸਾਰੇ ਸਰੀਰ ਦੇ ਵਿੱਚ ਝਰਨਾਹਟ ਫਿਰ ਗਈ। ਬੜਾ ਆਨੰਦ ਆਇਆ ਤੇ ਮੈਂ ਸਿੰਘਾਂ ਨੂੰ ਬੇਨਤੀ ਕਰਕੇ ਪੁੱਛਿਆ ਵੀ ਇਸ ਤਰ੍ਹਾਂ ਮੇਰੇ ਸਰੀਰ ਦੇ ਨਾਲ ਹੋਇਆ। ਤੇ ਉਹਨਾਂ ਸਿੰਘਾਂ ਨੇ ਆਖਿਆ ਕਲਗੀਧਰ ਪਾਤਸ਼ਾਹ ਦਾ ਪਾਵਨ ਪਵਿੱਤਰ ਸਰੀਰ ਹੀ ਐਸਾ ਹੈ, ਗੁਰੂ ਕੇ ਚਰਨਾਂ ਦੀ ਛੋਹ ਹੀ ਐਸੀ ਹੈ। ਤੇ ਭਾਵਨਾ ਵਾਲਿਆਂ ਨੂੰ ਮਹਾਰਾਜ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਆ, ਜਦੋਂ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਹੁੰਦਾ ਤੇ ਸਰੀਰ ਵਿੱਚ ਨਾਮ ਦੀਆਂ ਗੁਜ਼ਾਰਾਂ ਪੈਣ ਲੱਗ ਪੈਂਦੀਆਂ। ਇਹ ਉਹ ਬਜ਼ੁਰਗ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਧ ਸੰਗਤ ਜੀ ਦੱਸਿਆ ਸੀ। ਇੱਥੇ ਸਤਿਗੁਰੂ ਜੀ ਅਖੀਰਲੀ ਪੰਕਤੀ ਆਨੰਦ ਸਾਹਿਬ ਦੀ ਸਮਾਪਤੀ ਕਰਦਿਆਂ ਹੋਇਆਂ 40 ਪੌੜੀਆਂ ਦੀ ਕਹਿੰਦੇ ਹਨ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜੇ ਨਾ, ਵਾਜੇ ਅਨਹਦ ਤੂਰੇ, ਉਹਨਾਂ ਦੇ ਫਿਰ ਅੰਦਰ ਹੱਦ ਤੋਂ ਰਹਿਤ ਨਾਮ ਦੇ ਵਾਜੇ ਵੱਜਦੇ ਆ। ਗੁਰੂ ਕੀ ਬਾਣੀ ਦੇ ਦੁਆਰਾ, ਗੁਰੂ ਕੇ ਨਾਮ ਦੁਆਰਾ, ਗੁਰੂ ਕੀ ਬਖਸ਼ਿਸ਼ ਨਾਲ। ਇੱਥੇ ਆਨੰਦ ਸਾਹਿਬ ਦੀ ਸਮਾਪਤੀ ਕਰਦੇ ਹੋਏ ਮਹਾਰਾਜ ਨੇ 40 ਅੰਕ ਲਿਖਿਆ, ਜਿਸ ਦਾ ਭਾਵ ਹੈ ਵੀ ਇਹ ਇੱਥੇ 40ਵੀਂ ਪੌੜੀ ਸਮਾਪਤ ਹੋਈ ਹੈ। ਅੱਗੇ ਫਿਰ 2 ਡੰਡੀਆਂ ਪਾ ਕਰਕੇ ਏਕਾ ਲਿਖਿਆ ਹੋਇਆ ਹੈ, ਜਿਸ ਦਾ ਭਾਵ ਹੈ ਵੀ ਇਹ 40 ਪੌੜੀਆਂ ਵਾਲੀ ਇੱਕ ਬਾਣੀ ਹੈ। 40 ਪੌੜੀਆਂ ਇਸ ਬਾਣੀ ਦੀਆਂ, ਅੱਗੇ ਜਿਹੜਾ ਏਕਾ ਪਾਇਆ ਨਾ, ਇੱਕ ਅੰਕ ਪਾਇਆ, ਉਹਦਾ ਭਾਵ ਹੈ ਇੱਕੋ ਬਾਣੀ ਹੈ 40 ਪੌੜੀਆਂ ਵਾਲੀ ਸੰਪੂਰਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ 917 ਅੰਗ ਤੋਂ ਬਾਣੀ ਆਰੰਭ ਹੋਈ ਤੇ 922 ਤੇ ਇੱਥੇ ਸੰਪੂਰਨ ਹੋਈ ਹੈ। ਅੱਗੇ ਰਾਮਕਲੀ ਰਾਗ ਵਿੱਚ ਸੱਦ ਬਾਣੀ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੋਈ ਉਹ ਸਾਧ ਸੰਗਤ ਜੀ ਅਗਲੇ ਦੀਵਾਨਾਂ ਵਿੱਚ ਆਰੰਭ ਹੋਵੇਗੀ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਔਰ ਜੋ ਗੁਰੂ ਕੀਆਂ ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ
ਗੁਪਤਸਰ ਸਾਹਿਬ ਅਸਥਾਨ ਤੋਂ, ਕਲਗੀਧਰ ਪਾਤਸ਼ਾਹ ਜੀ ਦੇ ਅਸਥਾਨ ਤੋਂ ਇਸ ਅਸਥਾਨ ਤੇ ਆਈਆਂ ਹਨ। ਸੋ ਸਤਿਕਾਰਯੋਗ ਮੈਨੇਜਰ ਸਾਹਿਬ ਜੀ ਔਰ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ ਗੁਰੂ ਦੀਆਂ ਸੰਗਤਾਂ ਨੂੰ ਨਗਰ ਕੀਰਤਨ ਨੂੰ ਜਿਉਂ ਆਇਆਂ ਧੰਨਵਾਦ ਕੀਤਾ ਜਾਂਦਾ ਹੈ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਗੁਜਾਈਏ ਜੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।